ਲੋਕਾਂ ਦੇ ਕੋਲ ਕਿਹੜੇ ਏਜੰਡੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਾ ਰਹੇ ਅੱਜ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਪੰਜਾਬ ਬਿਲਕੁਲ ਉੱਜੜਨ ਦੇ ਕੰਢੇ ਖੜਾ। ਅੱਜ ਪੰਜਾਬ ਦਾ ਅਸਲ ਮੁੱਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋ ਰਹੀਆਂ ਬੇਅਦਬੀਆਂ, ਜਿਹੜੇ 25-25 ਸਾਲ ਤੋਂ ਸਿੰਘ ਸਾਡੇ ਬੰਦ ਨੇ ਜੇਲ੍ਹਾਂ 'ਚ। ਪੰਜਾਬ ਦਾ ਪਾਣੀ, ਪੰਜਾਬ ਦੀ ਰਾਜਧਾਨੀ, ਪੰਜਾਬੀ ਭਾਸ਼ਾ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਦਾ ਉੱਜੜ ਰਿਹਾ ਨੌਜਵਾਨ ਤੇ ਨਸ਼ੇ ਦੇ ਨਾਲ ਸਾਡੀ ਜਿਹੜੀ ਨਸਲ ਖੁਸ਼ੀ ਹੋ ਰਹੀ ਆ, ਇਹ ਪੰਜਾਬ ਦੇ ਮੁੱਦੇ ਨੇ ਬਾਈ ਜੀ। ਅੱਜ ਪੰਜਾਬ ਤੇ ਕਰੋੜਾਂ ਰੁਪਏ ਦਾ ਕਰਜ਼ਾ ਚੜ੍ਹ ਗਿਆ। ਉਹ ਕਰਜ਼ਾ ਅਸੀਂ ਥੋੜ੍ਹੀ ਚੜ੍ਹ ਰਹੇ ਹਾਂ। ਜੇ ਅੱਜ ਅਸੀਂ ਪੰਜਾਬ ਦੇ ਪਾਣੀ ਦੀ ਗੱਲ ਨਹੀਂ ਕਰਦੇ, ਫਿਰ ਸਾਡੇ ਪੰਜਾਬ ਨੇ ਇੱਥੇ ਰੇਗਿਸਤਾਨ ਬਣ ਜਾਣਾ, ਨਾ ਸਾਡੇ ਤੇ ਬਿਜਲੀ ਦੀ ਲੋੜ ਸੀ, ਨਾ ਸਾਨੂੰ ਮਹਿੰਗੀਆਂ ਮੱਛੀ ਮੋਟਰਾਂ ਲਾਉਣ ਦੀ ਸੀ, ਪਰ ਕਿਸੇ ਨੇ ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਇੱਕ ਉਜਾੜਾ ਸੀ 1947 'ਚ, ਸਾਡੇ ਬਾਪੂ ਗੱਡਿਆਂ 'ਚ ਮੇਰੇ ਦਾਦੇ ਹੋਣੀ ਵੱਡੇ ਸਮਾਨ ਲੈ ਕੇ ਪਾਕਿਸਤਾਨ ਤੋਂ ਇੱਧਰ ਆਏ। ਭਾਈ ਜਿਹੜਾ ਹੁਣ ਸਾਈਲੈਂਟ ਉਜਾੜਾ ਹੋ ਰਿਹਾ, ਜਿਹਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ, ਅਸੀਂ ਆਪਣੇ ਬੱਚੇ ਦਾ ਆਪ ਟੀਚੀ ਭਰਦੇ ਹਾਂ, ਆਪ ਦਿੱਲੀ ਏਅਰਪੋਰਟ ਤੇ ਛੱਡ ਕੇ ਆਉਂਦੇ ਹਾਂ, ਜਾਂ ਤੂੰ ਇੱਥੋਂ ਉੱਜੜ। ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਨੂੰ, ਦੁਨੀਆ ਦਾ ਸਭ ਤੋਂ ਖਤਰਨਾਕ ਟਾਈਮ ਕਿੱਥੇ ਬਣਿਆ ਹੋਇਆ? ਸਾਡੀ ਹਿੱਕ ਤੇ ਬਣਿਆ ਹੋਇਆ। ਭ੍ਰਿਸ਼ਟਾਚਾਰ ਹੈ ਜਿਹੜਾ ਉਹਨੂੰ ਖਤਮ ਕਰ ਦਾਂਗੇ, ਇਮਾਨਦਾਰ ਇੱਕ ਸਰਕਾਰ ਬਣਾਵਾਂਗੇ। ਤੁਹਾਨੂੰ ਕੀ ਲੱਗਦਾ ਹੈ ਕਿ ਕੇਜਰੀਵਾਲ ਸਰਕਾਰ ਇਹ ਚੀਜ਼ਾਂ ਕਰ ਪਾਊਗੀ? ਕੇਜਰੀਵਾਲ RSS ਮੋਹਨ ਭਾਗਵਤ ਦਾ ਇੱਕ ਕੱਟੜ ਚੇਲਾ। ਕੇਜਰੀਵਾਲ ਸਾਹਿਬ ਤੋਂ ਸਰਦਾਰ ਜਰਨੈਲ ਸਿੰਘ ਜੀ ਨੂੰ ਇੱਕ ਸਿਲੰਡਰ ਆਕਸੀਜਨ ਦਾ ਦੇ ਨਹੀਂ ਹੋਇਆ। ਉਹ ਸਿੱਖਾਂ ਨੂੰ ਆ ਕੇ, ਸਿੱਖ ਕੌਮ ਦੀ ਸਟੇਟ ਨੂੰ ਆ ਕੇ ਬਚਾਉਣ ਦੀ ਗੱਲ ਕਰਦੇ ਨੇ, ਮਾਡਲ ਦੇਣ ਦੀ ਗੱਲ ਕਰਦੇ ਨੇ। ਅੱਜ ਕੇਜਰੀਵਾਲ ਸਾਹਿਬ ਪਹਿਲਾਂ ਉਹਦੇ ਸਾਈਨ ਕਰਕੇ ਪ੍ਰੋਫੈਸਰ ਭੁੱਲਰ ਸਾਹਿਬ ਨੂੰ ਰਿਹਾ ਕਰਕੇ ਸਬੂਤ ਦੇਣ ਕਿ ਮੈਂ ਸਿੱਖਾਂ ਪ੍ਰਤੀ ਬੜਾ ਵਫਾਦਾਰ ਹੋਊਂਗਾ, ਇਸ ਸਟੇਟ ਪ੍ਰਤੀ। ਪਰ ਉਹਨਾਂ ਨੇ ਤਾਂ ਪਹਿਲਾਂ ਸਰਦਾਰ ਜਰਨੈਲ ਸਿੰਘ ਜੀ ਨੂੰ ਉਹਨਾਂ ਨੂੰ ਆਕਸੀਜਨ ਨਹੀਂ ਦੇ ਸਕਿਆ। ਹੁਣ ਸਰਦਾਰ ਭੁੱਲਰ ਸਾਹਿਬ ਦੀ ਫਾਈਲ ਉੱਥੇ ਪਈ ਆ, ਉਹਤੇ ਸਾਈਨ ਨਹੀਂ ਕਰ ਸਕਿਆ। ਫਿਰ ਅਸੀਂ ਉਸ ਸੱਪ ਨੂੰ ਲਿਆ ਕੇ ਪੰਜਾਬ ਦੇ ਵਿੱਚ, ਜੋ ਸਾਡਾ ਬਿਆਨ ਤੇ ਪੁੱਛਣ ਨੇ ਕਤਲੋਗਾਰਤ ਕੀਤੀ, ਅਸੀਂ ਆਪਣੀ ਨੌਜਵਾਨਾਂ ਦੀ ਉਹੀ ਕਰਵਾਉਣ ਜਾ ਰਹੇ ਹਾਂ ਨਾ। ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਏਜੰਡਾ ਲੋਕਾਂ ਦੇ ਵਿੱਚ ਰੱਖ ਰਹੇ ਹੋ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਹੜੀ ਉਹ ਕਰਵਾਵਾਂ। ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕਿਰਦਾਰ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈਗਾ। ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਿਆਂ ਵਾਲੇ ਤੋਂ ਬਾਅਦ ਨਾ ਸਾਡੇ ਸਿੰਘਾਂ ਨੂੰ ਜਿਹਨਾਂ ਨੇ ਲੜਾਈ ਲੜੀ ਹੈ ਕਿੱਥੇ, ਉਹ ਟਾਈਮ ਸੀਗਾ ਉਹਨਾਂ ਨੂੰ ਬਾਈ ਅੱਤਵਾਦੀ ਦਾ ਲੈਵਲ ਲਾਤਾ ਸੀਗਾ ਲੋਕਾਂ ਨੇ, ਵੀ ਇਹ ਤਾਂ ਅੱਤਵਾਦੀ ਨੇ। ਅੱਤਵਾਦੀਆਂ ਦਾ ਟੈਗ ਲਾ ਕੇ ਕੌਮ ਨੂੰ ਦੱਸਿਆ ਵੀ ਸਾਡੀ ਕੌਮ ਦਾ ਤਾਜ ਨੇ ਉਹ, ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਜੇ ਮਾਨ ਸਾਹਿਬ ਸ਼ੁਰੂ ਤੋਂ ਲੈ ਕੇ 35 ਸਾਲ ਤੋਂ ਇਸ ਪੰਜਾਬ ਦੀ, ਇਸ ਖਿੱਤੇ ਦੀ, ਸਾਡੇ ਸਿੰਘਾਂ ਦੀ ਗੱਲ ਕਰਦੇ ਆਏ ਨੇ, ਤੇ ਫਿਰ ਅਸੀਂ ਤਾਂ ਕਰਦੇ ਰਹਿਣਾ ਹੀ ਰਹਿਣਾ ਉਹਨਾਂ ਦੇ ਨਾਲ। ਪਰ ਇਹਦਾ ਕੀ ਕਾਰਨ ਬਣਿਆ ਕਿ ਇੱਕ ਨੌਜਵਾਨ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਕਿਸਾਨ ਦੇ ਤੌਰ ਤੇ ਇੱਕ ਵੱਡੀ ਭੂਮਿਕਾ ਨਿਭਾਉਂਦਾ ਆ, ਐਕਟਿਵ ਰਹਿੰਦਾ ਆ ਲੰਬੇ ਸਮੇਂ ਤੱਕ, ਉਹ ਆਪਣੇ ਕਿਸਾਨ ਆਗੂਆਂ ਦੇ ਖਿਲਾਫ ਹੀ ਚੋਣ ਲੜਦਾ ਹੈ। ਪੂਰੇ ਸੰਘਰਸ਼ ਦੇ ਵਿੱਚ ਇਹਨਾਂ ਨੇ ਨੌਜਵਾਨਾਂ ਨੂੰ ਬੁੱਕਲ 'ਚ ਲਿਆ ਕਦੋਂ ਆ? ਕਦੇ ਸਾਨੂੰ ਸ਼ਰਾਰਤੀ ਆਨਸਰ, ਕਦੇ ਜੀ ਤੁਸੀਂ ਸਟੇਜ 'ਤੇ ਨਹੀਂ ਚੜ੍ਹਨਾ, ਕਦੇ ਸਟੇਜ ਦੀਆਂ ਉੱਥੋਂ ਤਾਰਾਂ ਖਿੱਚ ਦੇਣੀਆਂ, ਕਦੇ ਮਾਈਕ ਬੰਦ ਕਰ ਦੇਣਾ। ਜਲੀਲ ਤਾਂ ਕਰਦੇ ਆਏ ਨੇ ਸਾਨੂੰ ਹੁਣ ਤੱਕ। ਮੈਂ ਇਹ ਨਹੀਂ ਕਹਿੰਦਾ ਮੈਂ ਕੀ ਕੀਤਾ, ਮੈਂ ਜੋ ਕੀਤਾ ਮੈਂ ਆਪਣੇ ਪੰਜਾਬ ਲਈ, ਇਸ ਮਿੱਟੀ ਲਈ ਕੀਤਾ ਤੇ ਕਰਦਾ ਰਹੂੰਗਾ। ਇਹ ਤਾਂ ਸਾਡੇ ਬੁੱਢੇ ਲੀਡਰਾਂ ਨੂੰ ਚਾਹੀਦਾ ਸੀਗਾ, ਜਿਹੜੇ ਆਪਣੇ ਆਪ ਨੂੰ ਬੁੱਢੇ ਜਰਨੈਲ ਦੱਸਦੇ ਨੇ ਕਿ ਸਾਡਾ ਨੌਜਵਾਨ ਆ, ਇਹਨੂੰ ਬੁੱਕਲ 'ਚ ਲਈਏ। ਉਹਨੇ ਤਾਂ ਸਾਨੂੰ ਅੱਖੋਂ ਉੱਲੇ ਕਰ ਦਿੱਤਾ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਬਲਬੀਰ ਸਿੰਘ ਰਾਜੇਵਾਲ ਸਾਹਿਬ ਤੋਂ ਸਾਰੇ ਲੀਡਰ ਡਰਦੇ ਨੇ, ਤੇ ਤਾਂ ਕਰਕੇ ਜੋ ਕਹਿੰਦੇ ਨੇ ਫੈਸਲਾ ਲੈਂਦੇ ਨੇ ਉਹੀ ਕਰ ਸਕਦੇ ਨੇ। ਇਹਨਾਂ ਦਾ ਆਪਣਾ ਕੋਈ ਨਿੱਜੀ ਫੈਸਲਾ ਨਹੀਂ ਹੁੰਦਾ ਹੈਗਾ। ਪਰ ਬਾਈ ਜੀ ਜਿਹੜਾ 2.5 ਲੱਖ ਮੁੰਡਾ ਬਾਦਲ ਤੇ ਕਾਂਗਰਸ ਨੇ ਮਾਰਿਆ, ਉਹਦਾ ਜਵਾਬ ਉਹਦਾ ਸ਼ਹੀਦਾਂ ਲਈ ਕਦੋਂ ਅਸੀਂ ਜਾਗਾਂਗੇ? ਜਦੋਂ ਸਾਡੇ ਸ਼ਹੀਦ ਸੀ, ਜਿਹੜੇ ਸਾਡੇ ਯੋਧੇ ਸੀ, ਜਿਹੜੇ ਸਾਡੇ ਖਾੜਕੂ ਸਿੰਘ ਸੀ, ਉਹਨਾਂ ਦੀਆਂ ਭੈਣਾਂ ਨੂੰ, ਉਹਨਾਂ ਦੇ ਪਿਓਆਂ ਦੀਆਂ ਕਿਹੜਾ ਥਾਣਾ ਪੰਜਾਬ ਦਾ ਜਿੱਥੇ ਦਾੜੀ ਨਹੀਂ ਪੁੱਟੀ ਹੈਗੀ? ਕਿੱਥੇ ਸਾਡੀਆਂ ਭੈਣਾਂ ਬੇਪਤ ਨਹੀਂ ਕੀਤੀਆਂ ਹੋਈਆਂ? ਤੁਸੀਂ BJP ਦੀ ਗੱਲ ਕਰਦੇ ਹੋ। ਇਹ ਲੋਕ ਤਾਂ ਅਕਾਲ ਤਖਤ ਸਾਹਿਬ ਢਹਾ ਕੇ ਕਾਂਗਰਸ ਤੋਂ, ਬਾਦਲਾਂ ਤੋਂ KPS ਗਿੱਲ ਨੇ, ਜਿਹਨੇ ਰਾਤਾਂ ਨੂੰ ਮੀਟਿੰਗਾਂ ਕਰਕੇ ਸਾਡੇ ਨੌਜਵਾਨਾਂ ਦੀ ਕਤਲੋਗਾਰਤ ਕੀਤੀ ਆ। ਬਾਦਲ ਨੇ, ਵਿਕਰਮਜੀਤ ਮਜੀਠੀਏ ਵਰਗੇ ਨੇ ਚਿੱਟੇ ਨਾਲ 10 ਸਾਲ ਸਾਡੇ ਨੌਜਵਾਨਾਂ ਦੀ ਕਤਲੋਗਾਰਤ ਕਰਤੀ। ਇਹ ਤਾਂ ਬਾਈ ਜੀ ਉਹਨਾਂ ਦੇ ਝੰਡੇ ਲਾਈ, ਮੜੀ ਗੈਰਤ ਵਾਲੇ ਉਹਨਾਂ ਦੇ ਝੰਡੇ ਲਾਈ ਫਿਰਦੇ ਨੇ। ਇਹ ਤਾਂ ਉਹ ਕਾਂਗਰਸ ਦੀ ਝੋਲੀ 'ਚ ਬੈਠੇ ਨੇ। ਇਹ ਤਾਂ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਕਰ ਰਿਹਾ ਕੇਜਰੀਵਾਲ, ਤੇ ਇਹ ਤਾਂ ਝਾੜੂ ਵਾਲੇ ਝੰਡੇ ਲਾਈ ਬੈਠੇ ਨੇ। ਭਗਵੰਤ ਮਾਨ ਦੇ ਨਾਲ ਲੋਕ ਪੰਜਾਬ ਦੇ ਬਹੁਤ ਖੜੇ ਨੇ। ਭਗਵੰਤ ਮਾਨ ਪੰਜਾਬ ਦੇ ਮੁੱਦੇ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਲੰਬੇ ਸਮੇਂ ਤੋਂ ਗੱਲਬਾਤ ਕਰ ਰਹੇ। ਭਗਵੰਤ ਮਾਨ ਕੀ ਕਰੂਗਾ? ਸਿਗਨਲ ਤਾਂ ਦਿੱਲੀ ਤੋਂ RSS ਦਾ, ਤੇ ਨਾਗਪੁਰ ਤੋਂ ਦਿੱਲੀ ਤੋਂ ਆਉਂਦਾ, ਤੁਸੀਂ ਦੇਖ ਰਹੇ ਹੋ KTV UK। ਮੈਂ ਅਮਨਦੀਪ ਸਿੰਘ ਫਤਿਹ ਸਾਂਝੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ ਨਜ਼ਦੀਕ ਆ ਰਹੀਆਂ ਨੇ, ਚੋਣਾਂ ਦਾ ਮਾਹੌਲ ਗਰਮ ਹੁੰਦਾ ਨਜ਼ਰ ਆ ਰਿਹਾ ਹੈ।
ਸਮਰਾਲਾ ਸੀਟ ਇਸ ਵਾਰ ਬੜੀ ਰੋਚਕ ਹੋਣ ਵਾਲੀ ਹੈ ਕਿਉਂਕਿ ਸਮਰਾਲਾ ਸੀਟ ਦੇ ਉੱਤੇ ਜਿੱਥੇ ਰਸਮੀ ਪਾਰਟੀਆਂ ਚੋਣਾਂ ਲੜ ਰਹੀਆਂ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੱਕ ਨੌਜਵਾਨ ਕਿਸਾਨ ਆਗੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਸਮਰਾਲਾ ਸੀਟ ਉਹੀ ਸੀਟ ਹੈ ਜਿੱਥੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵੀ ਚੋਣ ਲੜ ਰਹੇ ਨੇ, ਪਰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਨੌਜਵਾਨ ਆਗੂ ਦੇ ਉੱਤੇ ਭਰੋਸਾ ਦਿਖਾਇਆ। ਉਹ ਨੌਜਵਾਨ ਆਗੂ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਪੁੱਖੀ ਭੂਮਿਕਾ ਆਪਣੀ ਨਿਭਾਉਂਦਾ ਆ। ਪੰਜਾਬ ਦੇ ਵਿੱਚ ਪਹਿਲਾ ਪਰਚਾ ਇਸ ਨੌਜਵਾਨ ਦੇ ਉੱਤੇ ਦਰਜ ਹੁੰਦਾ ਆ। ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਵਾਉਂਦੇ ਆ, ਮੁਲਾਕਾਤ ਕਰਾਉਂਦੇ ਆ ਤੁਹਾਡੀ ਵਰਿੰਦਰ ਸਿੰਘ ਸੇਖੋਂ ਜੀ ਦੇ ਨਾਲ। ਆਖਰ ਉਹਨਾਂ ਤੋਂ ਜਾਣਾਂਗੇ ਕਿ ਚੋਣਾਂ ਦੇ ਵਿੱਚ ਉਤਰਨ ਦਾ ਉਹਨਾਂ ਦਾ ਮਕਸਦ ਕੀ ਹੈ ਅਤੇ ਉਹਨਾਂ ਦੀ ਪਾਰਟੀ ਦੇ ਏਜੰਡੇ ਕੀ ਨੇ, ਕਿਹੜੀਆਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ, ਕਿਸਾਨੀ ਅੰਦੋਲਨ ਦੇ ਵਿੱਚ ਐਕਟਿਵ ਰਹੇ ਨੇ, ਵੱਡੀ ਭੂਮਿਕਾ ਕਿਸਾਨੀ ਅੰਦੋਲਨ ਦੇ ਵਿੱਚ ਨਿਭਾਈ ਹੈ। ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ KTV ਦਾ ਬਹੁਤ-ਬਹੁਤ ਧੰਨਵਾਦ। ਜਿਵੇਂ ਤੁਸੀਂ ਦੁਨੀਆ ਦੇ ਵਿੱਚ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋ, ਵਾਹਿਗੁਰੂ ਅਕਾਲ ਪੁਰਖ ਤੁਹਾਡੇ ਤੇ ਮਿਹਰ ਭਰਿਆ ਹਾਲ ਰੱਖਣ ਜੀ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਲੋਕਾਂ ਦੇ ਕੋਲ ਕਿਹੜੇ ਏਜੰਡੇ, ਕਿਹੜੇ ਮੁੱਦਿਆਂ ਨੂੰ ਲੈ ਕੇ ਜਾ ਰਹੇ ਹੋ? ਦੇਖੋ, ਅੱਜ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਪੰਜਾਬ ਦੇ ਵਿੱਚ ਆਪਾਂ ਨੂੰ ਲੋਕਾਂ ਦੇ ਸਾਹਮਣੇ ਰੱਖਣੇ ਪੈਣੇ ਨੇ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਪੰਜਾਬ ਦੇ ਅਸਲ ਮੁੱਦੇ ਕੀ ਨੇ। ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਨੇ 70 ਸਾਲ ਤੋਂ ਪੰਜਾਬ ਨੂੰ ਲੁੱਟਿਆ, ਪੰਜਾਬ ਦੀ ਨੌਜਵਾਨੀ ਦੀ ਕਤਲੋਗਾਰਤ ਕੀਤੀ, ਪੰਜਾਬ ਦੇ ਹੱਕ ਹਕੂਕ ਨੇ ਜਿਹੜੇ ਸੈਂਟਰ ਕੋਲ ਵੇਚ ਵੱਟ ਕੇ ਆਪਣੇ ਮਹਿਲ ਮਨਾਰੇ ਖੜੇ ਕਰ ਲਏ, ਆਪਣੀਆਂ ਜ਼ਮੀਨਾਂ ਜਿਹੜੀਆਂ ਬਣਾ ਲਈਆਂ, ਜਾਇਦਾਦਾਂ ਬਣਾ ਲਈਆਂ। ਅੱਜ ਅਸੀਂ ਪੰਜਾਬ ਦੇ ਵਿੱਚ ਆਟਾ ਦਾਲ ਸਕੀਮ ਨਹੀਂ ਲੈ ਕੇ ਨਹੀਂ ਜਾ ਰਹੇ। ਅੱਜ ਅਸੀਂ 100 ਯੂਨਿਟ ਦੀ ਗੱਲ ਨਹੀਂ ਕਰ ਰਹੇ। ਅੱਜ ਅਸੀਂ ਤੁਹਾਨੂੰ ਹਜ਼ਾਰ ਰੁਪਈਆ ਦੇਣ ਦੀ ਗੱਲ ਨਹੀਂ ਕਰ ਰਹੇ। ਅੱਜ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਪੰਜਾਬ ਬਿਲਕੁਲ ਉੱਜੜਨ ਦੇ ਕੰਢੇ ਖੜਾ। ਅੱਜ ਪੰਜਾਬ ਦਾ ਅਸਲ ਮੁੱਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋ ਰਹੀਆਂ ਬੇਅਦਬੀਆਂ। ਅੱਜ ਸਾਡੇ ਪੰਜਾਬ ਦਾ ਅਸਲ ਮੁੱਦਾ ਸਿੰਘਾਂ ਜਿਹੜੇ 25-25 ਸਾਲ ਤੋਂ ਸਿੰਘ ਸਾਡੇ ਬੰਦ ਨੇ ਜੇਲ੍ਹਾਂ 'ਚ, ਪੰਜਾਬ ਦਾ ਪਾਣੀ, ਪੰਜਾਬ ਦੀ ਰਾਜਧਾਨੀ, ਪੰਜਾਬੀ ਭਾਸ਼ਾ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਤੇ ਪੰਜਾਬ ਦਾ ਉੱਜੜ ਰਿਹਾ ਨੌਜਵਾਨ ਤੇ ਨਸ਼ੇ ਦੇ ਨਾਲ ਸਾਡੀ ਜਿਹੜੀ ਨਸਲਕੁਸ਼ੀ ਹੋ ਰਹੀ ਆ, ਇਹ ਪੰਜਾਬ ਦੇ ਮੁੱਦੇ ਨੇ ਬਾਈ ਜੀ। ਇਹ ਅਸੀਂ ਅੱਜ ਲੋਕਾਂ ਸਾਹਮਣੇ ਲੈ ਕੇ ਜਾ ਰਹੇ ਹਾਂ ਜੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੁਸੀਂ ਸਮਰਾਲੇ ਤੋਂ ਚੋਣ ਲੜ ਰਹੇ ਹੋ, ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ੁਰੂ ਤੋਂ ਇਹਨਾਂ ਮੁੱਦਿਆਂ ਨੂੰ ਲੈ ਕੇ ਚੱਲਦੀ ਆ ਰਹੀ ਹੈ ਕਿ ਪੰਜਾਬ ਦੀ ਰਾਜਧਾਨੀ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਦੀ ਹੈ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦੀ ਹੈ, ਜਾਂ ਜਿਹੜੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਪੰਜਾਬੀਆਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ, ਸਿੱਖਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ, ਉਸ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਗੱਲ ਕਰਦੀ ਆ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਸਮਾਂ ਬਦਲਣ ਦੇ ਨਾਲ ਮੰਗਾਂ ਬਦਲ ਜਾਣੀਆਂ ਚਾਹੀਦੀਆਂ ਨੇ, ਜਾਂ ਇਹ ਮੰਗਾਂ ਹੀ ਪੰਜਾਬ ਦਾ ਜਿਹੜਾ ਬਹੁਤ ਪੱਕੀ ਵਿਕਾਸ ਹੈ ਉਹ ਕਰ ਸਕਦੀਆਂ ਨੇ? ਜਾਂ ਜਿਵੇਂ ਨਵੀਆਂ ਪਾਰਟੀਆਂ ਜਿਹੜੇ ਮੁੱਦੇ ਲੈ ਕੇ ਲੋਕਾਂ ਜਾ ਰਹੀਆਂ ਨੇ ਕਿ ਅਸੀਂ ਆਟਾ ਦਾਲ ਫ੍ਰੀ ਹੈ, 1000 ਰੁਪਈਆ ਕੋਈ ਮਹਿਲਾਵਾਂ ਨੂੰ ਦੇ ਰਿਹਾ, ਕੋਈ ਉਸ ਤੋਂ ਬਾਅਦ 2000 ਦਾ ਐਲਾਨ ਕਰ ਦਿੰਦਾ, ਕੋਈ ਬਿਜਲੀ ਸਸਤੀ ਕਰਦਾ, ਕੋਈ ਬਿਜਲੀ ਦੀ 300-400 ਯੂਨਿਟ ਫ੍ਰੀ ਕਰ ਦਿੰਦਾ। ਦੇਖੋ ਬਾਈ ਜੀ, ਅੱਜ ਪੰਜਾਬ ਤੇ ਕਰੋੜਾਂ ਰੁਪਏ ਦਾ ਕਰਜ਼ਾ ਚੜ੍ਹ ਗਿਆ। ਉਹ ਕਰਜ਼ਾ ਅਸੀਂ ਥੋੜ੍ਹੀ ਚੜ੍ਹ ਰਹੇ ਹਾਂ, ਉਹ ਤਾਂ ਜਿਹੜਾ ਇਹਨਾਂ ਨੇ ਐਸ਼ ਪ੍ਰਸਤੀਆਂ ਕੀਤੀਆਂ ਨੇ, ਮਹਿੰਗੇ ਜਿਹੜੀਆਂ ਗੱਡੀਆਂ ਲੈ ਕੇ ਸਾਡੇ ਲੀਡਰਾਂ ਨੇ ਫਿਰੇ ਨੇ ਪੰਜਾਬ ਦੇ ਵਿੱਚ, ਜਾਂ ਵਿਦੇਸ਼ਾਂ ਦੇ ਵਿੱਚ ਜ਼ਮੀਨਾਂ ਬਣਾਈਆਂ, ਉਹਦੇ ਨਾਲ ਚੜ੍ਹਿਆ। ਜੇ ਅੱਜ ਅਸੀਂ ਪੰਜਾਬ ਦੇ ਪਾਣੀ ਦੀ ਗੱਲ ਨਹੀਂ ਕਰਦੇ, ਫਿਰ ਸਾਡੇ ਪੰਜਾਬ ਨੇ ਇੱਥੇ ਰੇਗਿਸਤਾਨ ਬਣ ਜਾਣਾ। ਕੋਈ ਵੀ ਪਾਰਟੀ ਦਾ ਚੋਣ ਮੈਨੀਫੈਸਟੋ ਕੱਢ ਕੇ ਦੇਖ ਲਓ, ਕਿਸੇ ਪਾਰਟੀ ਦੇ ਚੋਣ ਮੈਨੀਫੈਸਟੋ 'ਚ ਇਹ ਨਹੀਂ ਲਿਖਿਆ ਕਿ ਅਸੀਂ ਪੰਜਾਬ ਦਾ ਜਿਹੜਾ ਦਰਿਆਵਾਂ ਦਾ ਪਾਣੀ ਆ, ਸਾਡਾ ਕੁਦਰਤੀ ਸੋਮਾ, ਸਾਡਾ ਪਾਣੀ ਹੋਵੇ, ਅਸੀਂ ਆਪਣਾ ਪਾਣੀ ਦੂਜੀਆਂ ਸਟੇਟਾਂ ਨੂੰ ਫ੍ਰੀ ਦੇ ਦਈਏ ਤੇ ਅਸੀਂ ਆਪਣੀ ਧਰਤੀ ਹੇਠਲਾ ਪਾਣੀ ਜਿਹੜਾ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਬਚਾ ਕੇ ਰੱਖਣਾ ਸੀ, ਉਹ ਅਸੀਂ ਮੁਕਾ ਲਿਆ। ਤੇ ਨਾਲ ਅਸੀਂ ਬਿਜਲੀ ਫ੍ਰੀ ਦੇ ਕੇ ਟਿਊਬਵੈੱਲਾਂ ਨੂੰ ਉਹਦਾ ਕਰਜ਼ਾ ਚੜ੍ਹਾ ਲਿਆ, ਨਾਲ ਮਹਿੰਗੀਆਂ ਮੱਛੀ ਮੋਟਰਾਂ, ਤੇ ਨਾਲ ਅਸੀਂ ਆਏ ਸਾਲ ਬਾਜੀ ਲੱਖਾਂ ਕਰੋੜਾਂ ਰੁਪਏ ਦਾ ਡੀਜ਼ਲ ਫੂਕਦੇ ਹਾਂ ਜਨਰੇਟਰਾਂ ਦੇ ਪਾਣੀ ਕੱਢਣ ਲਈ ਥੱਲਿਓਂ। ਕਿਉਂ ਸਾਡੇ ਲੀਡਰਾਂ ਦਾ ਫਰਜ਼ ਨਹੀਂ ਬਣਦਾ ਜਿਹੜਾ ਖੇਤਾਂ ਦੇ ਵਿੱਚ ਸਾਰੇ ਤਾਰਾਂ ਦੇ ਜਾਲ ਵਿਛੇ ਨੇ ਖੰਭਿਆਂ ਦੇ? ਕੀ ਇਹਨਾਂ ਦੀ ਲੋੜ ਸੀਗੀ? ਸਾਨੂੰ 1% ਵੀ ਲੋੜ ਨਹੀਂ ਸੀਗੀ। ਇਹਨਾਂ ਨੂੰ ਚਾਹੀਦਾ ਸੀਗਾ ਕਿ ਪੰਜਾਬ ਦਾ ਦਰਿਆਈ ਪਾਣੀ ਪੰਜਾਬ ਦੇ ਖੇਤਾਂ ਤੱਕ ਜਾਂਦਾ। ਨਾ ਸਾਡੇ ਤੇ ਬਿਜਲੀ ਦੀ ਲੋੜ ਸੀ, ਨਾ ਸਾਨੂੰ ਮਹਿੰਗੀਆਂ ਮੱਛੀ ਮੋਟਰਾਂ ਲਾਉਣ ਦੀ ਸੀ, ਪਰ ਕਿਸੇ ਨੇ ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਉਸ ਤੋਂ ਬਾਅਦ ਸਾਡਾ ਇੱਕ ਵੱਡਾ ਜਿਹੜਾ ਨੌਜਵਾਨ ਵਰਗ ਆ ਉਹ ਇਸ ਧਰਤੀ ਤੋਂ ਉੱਜੜ ਰਿਹਾ। ਅੱਜ ਇੱਕ ਉਜਾੜਾ ਸੀ 1947 'ਚ, ਸਾਡੇ ਬਾਪੂ ਗੱਡਿਆਂ 'ਚ, ਮੇਰੇ ਦਾਦੇ ਹੋਣੀ ਵੱਡੇ ਸਮਾਨ ਲੈ ਕੇ ਪਾਕਿਸਤਾਨ ਤੋਂ ਇੱਧਰ ਆਏ। ਜਿਹੜਾ ਸੀ ਕਿਹਾ ਜੀ 1900 'ਚ ਅਸੀਂ ਉੱਜੜੇ ਹਾਂ, ਉਹ ਸਾਨੂੰ ਦਿਖ ਰਿਹਾ। ਭਾਈ ਜਿਹੜਾ
ਆ ਹੁਣ ਸਾਇਲੈਂਟ ਉਜਾੜਾ ਹੋ ਰਿਹਾ ਜਿਹਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ। ਅਸੀਂ ਆਪਣੇ ਬੱਚੇ ਦਾ ਆਪ ਟੀਚੀ ਭਰਦੇ ਹਾਂ, ਆਪ ਦਿੱਲੀ ਏਅਰਪੋਰਟ ਤੇ ਛੱਡ ਕੇ ਆਉਂਦੇ ਹਾਂ, ਜਾਂ ਤੂੰ ਇੱਥੋਂ ਉੱਜੜ। ਤੇ ਦੂਜੀਆਂ ਸਟੇਟਾਂ ਵਾਲੇ ਕੇਜਰੀਵਾਲ ਉਹਨਾਂ ਜਿਹੜੀਆਂ ਪਲੈਨਿੰਗਾਂ ਕਰ ਰਹੀ ਆ, RSS ਸਾਨੂੰ ਘੱਟ ਗਿਣਤੀ ਕਰਕੇ ਆਪਣਾ ਏਜੰਡਾ ਲਾਗੂ ਕਰਨ ਲਈ, ਫਿਰ ਅਸੀਂ ਉਹਨਾਂ ਦਾ ਜਿਹੜਾ ਰਸਤਾ ਪੱਧਰ ਕਰ ਰਹੇ ਹਾਂ। ਬਈ ਅੱਜ ਸਾਡੀ ਮੰਗ ਨਹੀਂ ਹੈਗੀ ਆਟੇ ਦਾਲ ਦੀ, ਅੱਜ ਸਾਡੀ 100 ਯੂਨਿਟ ਦੀ, 200 ਯੂਨਿਟ ਦੀ ਜਾਂ 1000 ਰੁਪਏ ਦੀ ਨਹੀਂ। ਕੇਜਰੀਵਾਲ ਸਾਹਿਬ ਦਿੱਲੀ ਤੋਂ ਚੱਲਦੇ ਨੇ, ਆ ਕੇ ਸਾਡੇ ਪੰਜਾਬ 'ਚ ਐਲਾਨ ਕਰਦੇ ਨੇ ਕਿ ਅਸੀਂ ਤੁਹਾਨੂੰ 100 200 ਯੂਨਿਟ ਫ੍ਰੀ ਦੇਵਾਂਗੇ। ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਨੂੰ, ਦੁਨੀਆ ਦਾ ਸਭ ਤੋਂ ਖਤਰਨਾਕ ਡੈਮ ਕਿੱਥੇ ਬਣਿਆ ਹੋਇਆ? ਸਾਡੀ ਹਿੱਕ ਤੇ ਬਣਿਆ ਹੋਇਆ। ਜੇ ਅੱਜ ਸਾਡਾ ਕੋਈ ਦੁਸ਼ਮਣ ਦੇਸ਼ ਉਸ 'ਤੇ ਬੰਬ ਸਿੱਟ ਦੇਵੇ ਤਾਂ ਉਹ ਉਜਾੜਾ ਕਿਹੜਾ ਹੋਣਾ? ਉਜਾੜਾ ਧਰਤੀ ਦਾ ਹੋਣਾ ਜਿੱਥੇ ਅਸੀਂ ਬੈਠੇ ਹਾਂ। ਇੱਥੇ ਆਉਣਾ ਪਾਣੀ, ਤੇ ਉਹਦੀ ਬਿਜਲੀ ਕਿੱਥੇ ਜਾ ਰਹੀ ਆ? ਉਹ ਕੇਜਰੀਵਾਲ ਸਾਹਿਬ ਹੁਣੀ ਫ੍ਰੀ ਲਿਜਾ ਰਹੇ ਨੇ। ਬਾਈ ਸਾਡੇ ਡੈਮਾਂ 'ਤੇ ਕਬਜ਼ਾ ਕਰ ਲਿਆ ਸੈਂਟਰ ਗੌਰਮੈਂਟ ਨੇ, ਸਾਡੇ ਦਰਿਆਵਾਂ 'ਤੇ ਕਰ ਲਿਆ, ਸਾਡੀਆਂ ਨਹਿਰਾਂ 'ਤੇ ਕਰ ਲਿਆ, ਸਾਡੀ ਜਿਹੜੀ ਜ਼ਮੀਨ ਆ ਉਹ 'ਤੇ ਕਬਜ਼ਾ ਕਰਨ ਜਾ ਰਹੀ ਆ। ਸਾਡੇ ਪੱਲੇ ਰਹਿ ਕੀ ਗਿਆ? ਸੋ ਇਹ ਚੀਜ਼ਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਆਪਣੇ ਜਿਹੜੇ ਮੁੱਦੇ ਨੇ ਇਹਨਾਂ ਦੀ ਆਵਾਜ਼ ਚੱਕਣੀ ਪੈਣੀ ਇਹਨਾਂ ਦੇ ਮੂਹਰੇ, ਤੇ ਇਹਨਾਂ ਮੁੱਦਿਆਂ ਨੂੰ ਦੇਖਦੇ ਹੋਏ ਇਸ ਪਾਰਟੀ ਦਾ ਸਾਥ ਦੇਣਾ ਪੈਣਾ, ਕਿਉਂਕਿ ਇਹਨਾਂ ਮੁੱਦਿਆਂ ਤੋਂ ਬਿਨਾਂ ਪੰਜਾਬ ਨਹੀਂ ਬਚ ਸਕਦਾ। ਜੇ ਅੱਜ ਪੰਜਾਬ ਨੂੰ ਬਚਾਉਣਾ, ਕਰਜ਼ੇ 'ਚੋਂ ਕੱਢਣਾ, ਜੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਆਰਥਿਕ ਮਜ਼ਬੂਤੀ ਕਰਨੀ ਆ, ਤਾਂ ਇਹ ਮੁੱਦਿਆਂ ਨਾਲ ਹੀ ਸਾਨੂੰ ਅੱਗੇ ਅਸੀਂ ਵੱਧ ਸਕਦੇ ਹਾਂ। ਜਿਵੇਂ ਤੁਸੀਂ ਕੇਜਰੀਵਾਲ ਜੀ ਦੀ ਗੱਲ ਕੀਤੀ ਹੈ, ਤਾਂ ਕੇਜਰੀਵਾਲ ਜੀ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਨੂੰ ਉਹਦਾ ਬਹੁਤ ਪੱਕੀ ਵਿਕਾਸ ਕਰਾਂਗੇ, ਜੋ ਪੰਜਾਬ ਦਾ ਹੱਕਦਾਰ ਹੈ। ਜਿਵੇਂ ਉਹ ਆਪਣੇ ਦਿੱਲੀ ਦੇ ਕੰਮ ਗਣਾਉਂਦੇ ਨੇ ਕਿ ਦਿੱਲੀ ਦੇ ਵਿੱਚ ਅਸੀਂ ਫਲਾਣੇ ਕੰਮ ਕੀਤੇ ਨੇ, ਤੇ ਉਸੇ ਢੰਗ ਦੇ ਕੰਮ ਅਸੀਂ ਪੰਜਾਬ ਦੇ ਵਿੱਚ ਕਰਾਂਗੇ। ਭ੍ਰਿਸ਼ਟਾਚਾਰ ਹੈ ਜਿਹੜਾ ਉਹਨੂੰ ਖਤਮ ਕਰ ਦਾਂਗੇ, ਇਮਾਨਦਾਰ ਇੱਕ ਸਰਕਾਰ ਬਣਾਵਾਂਗੇ। ਤੁਹਾਨੂੰ ਕੀ ਲੱਗਦਾ ਹੈ ਕਿ ਕੇਜਰੀਵਾਲ ਸਰਕਾਰ ਇਹ ਚੀਜ਼ਾਂ ਕਰ ਪਾਊਗੀ? ਦੇਖੋ ਜੀ, ਕੇਜਰੀਵਾਲ RSS ਮੋਹਨ ਭਾਗਵਤ ਦਾ ਇੱਕ ਕੱਟੜ ਚੇਲਾ, ਜਿਹੜਾ ਮੋਹਨ ਭਾਗਵਤ ਆ ਉਹ ਬਾਏ ਕੇਜਰੀਵਾਲ ਪੰਜਾਬ 'ਚ ਉਤਰਨ ਨੂੰ ਫਿਰਦੇ ਨੇ। ਕੇਜਰੀਵਾਲ ਸਾਹਿਬ ਤੋਂ ਸਰਦਾਰ ਜਰਨੈਲ ਸਿੰਘ ਜੀ ਨੂੰ ਇੱਕ ਸਿਲੰਡਰ ਆਕਸੀਜਨ ਦਾ ਦੇ ਨਹੀਂ ਹੋਇਆ। ਉਹ ਸਿੱਖਾਂ ਨੂੰ ਆ ਕੇ, ਸਿੱਖ ਕੌਮ ਦੀ ਸਟੇਟ ਨੂੰ ਆ ਕੇ ਬਚਾਉਣ ਦੀ ਗੱਲ ਕਰਦੇ ਨੇ, ਮਾਡਲ ਦੇਣ ਦੀ ਗੱਲ ਕਰਦੇ ਨੇ। ਕਿੱਥੇ ਅੱਜ ਪ੍ਰੋਫੈਸਰ ਭੁੱਲਰ ਸਾਹਿਬ ਦੀ ਫਾਈਲ ਉਹਨਾਂ ਦੇ ਟੇਬਲ ਤੇ ਉਹਨਾਂ ਦੇ ਪਈ ਆ। ਉਹ ਗੱਲਾਂ ਤਾਂ ਬਹੁਤ ਬੜੀਆਂ ਕਰਦੇ ਨੇ, ਭਗਵੰਤ ਸਿੰਘ ਮਾਨ ਵੀ ਕਰਦੇ ਨੇ, ਬੀਬੀ ਬਲਜਿੰਦਰ ਕੌਰ ਕਰਦੇ ਨੇ, ਦੂਜੇ ਤੀਜੇ ਕਰਦੇ ਨੇ, ਕਿ ਜਿਨ੍ਹਾਂ ਨੇ 25 ਸਾਲ ਇਸ ਪੰਜਾਬ ਦੀ ਹੋਂਦ ਦੀ ਲੜਾਈ ਲੜੀ ਆ, ਇਸ ਪਾਣੀਆਂ ਦੀ ਲੜੀ, ਇਸ ਖਿੱਤੇ ਦੀ ਲੜੀ ਆ। ਅੱਜ ਕੇਜਰੀਵਾਲ ਸਾਹਿਬ ਪਹਿਲਾਂ ਉੱਤੇ ਸਾਈਨ ਕਰਕੇ ਪ੍ਰੋਫੈਸਰ ਭੁੱਲਰ ਸਾਹਿਬ ਨੂੰ ਰਿਹਾ ਕਰਕੇ ਸਬੂਤ ਦੇਣ ਕਿ ਮੈਂ ਸਿੱਖਾਂ ਪ੍ਰਤੀ ਬੜਾ ਵਫਾਦਾਰ ਹੋਊਂਗਾ, ਇਸ ਸਟੇਟ ਪ੍ਰਤੀ। ਪਰ ਉਹਨਾਂ ਨੇ ਤਾਂ ਪਹਿਲਾਂ ਸਰਦਾਰ ਜਰਨੈਲ ਸਿੰਘ ਜੀ ਨੂੰ ਉਹਨਾਂ ਨੂੰ ਆਕਸੀਜਨ ਨਹੀਂ ਦੇ ਸਕਿਆ। ਹੁਣ ਸਰਦਾਰ ਭੁੱਲਰ ਸਾਹਿਬ ਦੀ ਫਾਈਲ ਉੱਥੇ ਪਈ ਆ, ਉੱਤੇ ਸਾਈਨ ਨਹੀਂ ਕਰ ਸਕਿਆ। ਫਿਰ ਅਸੀਂ ਉਸ ਸੱਪ ਨੂੰ ਲਿਆ ਕੇ ਪੰਜਾਬ ਦੇ ਵਿੱਚ ਜੋ ਸਾਡਾ ਬਿਆੰਤੇ ਬੁੱਚੜ ਨੇ ਕਤਲੋਗਾਰਤ ਕੀਤੀ, ਅਸੀਂ ਆਪਣੀ ਨੌਜਵਾਨਾਂ ਦੀ ਉਹੀ ਕਰਵਾਉਣ ਜਾ ਰਹੇ ਹਾਂ ਨਾ। ਸੋ ਇਹ ਬੜਾ ਖਤਰਨਾਕ ਬੰਦਾ RSS ਦਾ। ਸੋ ਪੰਜਾਬ ਦੇ ਲੋਕਾਂ ਨੂੰ ਇਹ ਤੋਂ ਸੁਚੇਤ ਰਹਿਣਾ ਪਊਗਾ ਜੀ। ਤੁਹਾਡੀ ਪਾਰਟੀ ਦਾ ਏਜੰਡਾ ਕੀ ਹੈ? ਕਿ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਏਜੰਡਾ ਲੋਕਾਂ ਦੇ ਵਿੱਚ ਰੱਖ ਰਹੇ ਹੋ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਹੜੀ ਉਹ ਕਰਵਾਵਾਂਗੇ? ਬਾਈ ਜੀ ਬਿਲਕੁਲ ਵਚਨਬੱਧ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕਿਰਦਾਰ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈਗਾ। ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਿਆਂ ਵਾਲੇ ਤੋਂ ਬਾਅਦ ਨਾ ਸਾਡੇ ਸਿੰਘਾਂ ਨੂੰ ਜਿਹਨਾਂ ਨੇ ਲੜਾਈ ਲੜੀ ਆ, ਕਿੱਥੇ ਉਹ ਟਾਈਮ ਸੀਗਾ, ਉਹਨਾਂ ਨੂੰ ਬਾਈ ਅੱਤਵਾਦੀ ਦਾ ਲੈਵਲ ਲਾਤਾ ਸੀਗਾ ਲੋਕਾਂ ਨੇ, ਵੀ ਇਹ ਤਾਂ ਅੱਤਵਾਦੀ ਨੇ। ਜਥੇ ਦਾ ਜਗਤਾਰ ਸਿੰਘ ਹਵਾਰਾ ਜੀ ਹੋ ਗਏ, ਸਾਡੇ ਭਾਈ ਰਾਜੋਆਣਾ ਸਾਹਿਬ ਹੋ ਗਏ, ਬਾਬਾ ਮਾਨੂਚਾਰ ਹੋ ਗਏ, ਹੋਰ ਵੀ ਕਿੰਨੇ ਅਨੇਕਾਂ ਸਿੰਘ ਨੇ ਸਾਡੇ, ਉਹਨਾਂ ਨੂੰ ਅੱਤਵਾਦੀ ਦਾ ਬਾਈ ਜੀ ਟੈਗ, ਅੱਤਵਾਦੀਆਂ ਦਾ ਟੈਗ ਲਾ ਕੇ ਕੌਮ ਨੂੰ ਦੱਸਿਆ ਵੀ ਸਾਡੀ ਕੌਮ ਦਾ ਤਾਜ ਨੇ ਉਹ, ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਜੇ ਮਾਨ ਸਾਹਿਬ ਸ਼ੁਰੂ ਤੋਂ ਲੈ ਕੇ 35 ਸਾਲ ਤੋਂ ਇਸ ਪੰਜਾਬ ਦੀ, ਇਸ ਖਿੱਤੇ ਦੀ, ਸਾਡੇ ਸਿੰਘਾਂ ਦੀ ਗੱਲ ਕਰਦੇ ਆਏ ਨੇ, ਤੇ ਫਿਰ ਅਸੀਂ ਤਾਂ ਕਰਦੇ ਰਹਿਣਾ ਹੀ ਰਹਿਣਾ ਉਹਨਾਂ ਦੇ ਨਾਲ। ਸੋ ਅਸੀਂ ਬਿਲਕੁਲ ਜਿਹੜੇ ਸਾਡੇ 25 ਸਾਲ ਸਾਡੇ ਬੰਦ ਜੇਲ੍ਹਾਂ ਤੋਂ ਸਿੰਘ ਨੇ, ਉਹਨਾਂ ਦੀ ਰਿਹਾਈ ਦਾ ਜਿਹੜਾ ਮਤਾ ਹੈ, ਜਿਹੜੀ ਮੰਗ ਆ, ਉਹ ਸਾਡੀ ਪਹਿਲੇ ਨੰਬਰ 'ਤੇ ਆ। ਅਸੀਂ ਪਹਿਲੇ ਨੰਬਰ 'ਤੇ ਪੰਜਾਬ 'ਚ ਸਾਡੇ ਉਹ ਯੋਧਿਆਂ ਨੂੰ, ਸਾਡੇ ਵੀਰਾਂ ਨੂੰ ਰਿਹਾ ਕਰਾਉਣ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਾਂਗੇ। ਤਾਂ ਮਾਨ ਸਾਹਿਬ ਪਾਰਲੀਮੈਂਟ ਦੇ ਵਿੱਚ ਪਹੁੰਚੇ ਸੀ, ਉਹਨਾਂ ਨੇ ਉੱਥੇ ਵੀ ਜਾ ਕੇ ਇਸ ਗੱਲ ਦੀ ਆਵਾਜ਼ ਜਿਹੜੀ ਉਹ ਬੁਲੰਦ ਕੀਤੀ ਹੈ। ਪਰ ਉਸ ਤੋਂ ਬਾਅਦ ਜਿਸ ਪਾਰਟੀ ਨਾਲ ਤੁਸੀਂ ਜੁੜੇ ਹੋਏ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਤਾਂ ਇਸ ਪਾਰਟੀ ਨੂੰ ਉਹਨਾਂ ਵੋਟ ਹੈ ਜਿਹੜੀ ਉਹ ਨਹੀਂ ਮਿਲਦੀ, ਉਨੀ ਵੋਟ ਪਰਸੈਂਟੇਜ ਬਹੁਤ ਜ਼ਿਆਦਾ ਘੱਟ ਰਹਿੰਦੀ ਹੈ। ਬਹੁਤ ਥਾਵਾਂ 'ਤੇ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਦੇ ਜਿਹੜੇ ਰਿਕਾਰਡ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਲੀਡਰ ਨੇ ਜਾਂ ਜਿਹੜੇ ਚੋਣਾਂ ਦੇ ਵਿੱਚ ਉਤਰਦੇ ਨੇ, ਉਹਨਾਂ ਦੇ ਜ਼ਮਾਨਤਾਂ ਤੱਕ ਜ਼ਬਤ ਹੁੰਦੀਆਂ ਰਹੀਆਂ। ਤਾਂ ਕੀ ਹੁਣ ਲੋਕਾਂ ਦਾ ਰੁਝਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਦਿਆਂ ਵੱਲ ਨੂੰ ਹਟ ਕੇ ਉਹਨਾਂ ਮੁੱਦਿਆਂ ਵੱਲ ਚਲੇ ਗਿਆ ਕਿ ਕੌਣ ਬਿਜਲੀ ਸਸਤੀ ਦੇ ਰਿਹਾ ਹੈ, ਕੌਣ ਸਾਨੂੰ ਜਿਹੜਾ 1000 ਰੁਪਈਆ ਮਹੀਨਾ ਦੇਊਗਾ, ਕੌਣ ਕਿਸਾਨਾਂ ਨੂੰ 2000 ਰੁਪਏ ਮਹੀਨਾ ਦੇ ਰਿਹਾ ਹੈ? ਇਸ ਦਾ ਕੀ ਕਾਰਨ ਮੰਨਿਆ ਜਾਵੇ ਕਿ ਲੋਕਾਂ ਦਾ ਰੁਝਾਨ ਟੁੱਟਦਾ ਜਾ ਰਿਹਾ? ਬਾਈ ਜੀ ਵੋਟਾਂ ਦੀ ਗਿਣਤੀ ਤੁਸੀਂ ਕਹੀ ਆ, ਅਸੀਂ ਕੱਚੀਆਂ ਗੜੀਆਂ ਦੇ ਵਾਰਸ ਹਾਂ। ਅਸੀਂ ਉੱਥੋਂ ਵੋਟ ਆਸਰਾ ਲੈ ਕੇ ਚੱਲਦੇ ਹਾਂ ਜਿੱਥੇ 40 ਸਿੰਘਾਂ ਨੇ ਲੱਖਾਂ ਦਾ ਮੁਕਾਬਲਾ ਕੀਤਾ ਸੀਗਾ। ਠੀਕ ਆ, ਥੋੜ੍ਹੇ ਆ, ਪਰ ਆਪਣੇ
ਸਟੈਂਡ ਤੇ ਆਪਣਾ ਜਿਹੜਾ ਸਾਡਾ ਮੰਗਾਂ ਨੇ ਜਾਂ ਸਾਡਾ ਪੰਜਾਬ ਪ੍ਰਤੀ ਉਹ ਅਸੀਂ ਕਿਰਦਾਰ ਦੇ ਪੱਖੋਂ ਨਹੀਂ ਹੌਲੇ ਹੈਗੇ। ਅਸੀਂ ਕਿਰਦਾਰ ਨਹੀਂ ਵੇਚੇ ਆਪਣੇ, ਵੇਚ ਕੇ ਅਸੀਂ ਵੀ ਕੁਝ ਵੀ ਕਰ ਸਕਦੇ ਹਾਂ। ਸੋ ਜਿਹੜੀ ਗੱਲ ਅਗਲੀ ਤੁਸੀਂ ਕੀਤੀ ਆ, ਮੰਗਾਂ ਦੀ ਗੱਲ ਕੀਤੀ ਆ, ਮੈਂ ਬਾਰ-ਬਾਰ ਤੁਹਾਡੇ ਚੈਨਲਾਂ ਤੇ ਗੱਲ ਮਤਲਬ ਹੋਰਾਂ ਤੇ ਵੀ ਗੱਲ ਕੀਤੀ ਆ ਕਿ ਅੱਜ ਸਾਡੇ ਆਟਾ ਦਾਲ ਦੀ ਜਿਹੜੀ ਸਕੀਮ ਆ ਉਹ ਤੋਂ ਲੋਕ ਸਾਡਾ ਖਾਸ ਕਰਕੇ ਨੌਜਵਾਨ ਵਰਗ ਆ ਜਿਹੜਾ ਅਵੇਅਰ ਹੋ ਰਿਹਾ, ਬਾਹਰ ਨਿਕਲ ਰਿਹਾ। ਅੱਜ ਸਾਡੇ ਲੀਡਰਾਂ ਨੂੰ ਲੋੜ ਆ ਕਿ ਸਾਡਾ ਜਿਹੜਾ ਇੱਕ ਵੱਡੀ ਗਿਣਤੀ ਆ ਸਾਡੀ ਨੌਜਵਾਨਾਂ ਦੀ ਉਹ ਬੇਰੁਜ਼ਗਾਰ ਫਿਰ ਰਹੀ ਆ, ਉਹਨਾਂ ਦੇ ਲਈ 90% ਰਾਖਵਾਂਕਰਨ ਕੀਤਾ ਜਾਵੇ ਪੰਜਾਬ ਦੀ ਵਿਧਾਨ ਸਭਾ 'ਚ। ਦੂਜਾ ਮਤਾ ਲਿਆਂਦਾ ਜਾਵੇ ਕਿ ਹਿਮਾਚਲ ਜਾਂ ਹੋਰ ਸਟੇਟਾਂ ਦੀ ਤਰਜ਼ ਤੇ ਜਿਵੇਂ ਜ਼ਮੀਨ ਨਹੀਂ ਖਰੀਦ ਸਕਦੇ ਤਾਂ ਪੰਜਾਬ ਦੀ ਧਰਤੀ ਤੇ ਵੀ ਕੋਈ ਹੋਰ ਸਟੇਟ ਵਾਲਾ ਕਿ ਜ਼ਮੀਨ ਨਾ ਖਰੀਦ ਸਕੇ। ਇਹ ਉਪਜਾਊ ਜ਼ਮੀਨ ਆ, ਇੱਥੇ ਦੁਨੀਆ ਦੀ ਸਭ ਤੋਂ ਉਪਜਾਊ ਜ਼ਮੀਨ ਆ। ਜੇ ਅਸੀਂ ਇੱਥੇ ਨਵੀਆਂ ਕਲੋਨੀਆਂ ਕੱਟ ਕੇ ਬਾਹਰੋਂ ਲੋਕ ਲਿਆ ਕੇ ਵਸਾਉਣੇ ਨੇ, ਫਿਰ ਅਸੀਂ ਉਪਜਾਊ ਜ਼ਮੀਨ ਦਾ ਖਾਤਮ ਕਰ ਰਹੇ ਹਾਂ ਨਾ। ਸੋ ਇਹ ਖਾਤਮੇ ਨੂੰ ਰੋਕਣ ਦੇ ਲਈ ਵਿਧਾਨ ਸਭਾ 'ਚ ਮਤਾ ਪਾਇਆ ਜਾਵੇ ਕਿ ਬਾਹਰੋਂ ਕੋਈ ਵੀ ਸਟੇਟ 'ਚ ਆ ਕੇ ਇੱਥੇ ਜ਼ਮੀਨ ਨਹੀਂ ਖਰੀਦ ਸਕਦਾ। ਇਹ ਸਾਡਾ ਅਸਲ ਮੁੱਦਾ। ਉਸ ਤੋਂ ਬਾਅਦ ਨੌਜਵਾਨੀ, ਸਾਡੇ ਸਮਰਾਲੇ ਹਲਕੇ 'ਚ ਤੁਸੀਂ ਬੈਠੇ ਹੋ, ਇੱਥੇ ਸ਼ਰੇਆਮ ਚਿੱਟੇ ਦਾ ਪਿਛਲੇ 20 ਸਾਲਾਂ ਤੋਂ ਇੱਕ ਵੱਡਾ ਕਹਿਰ ਚੱਲ ਰਿਹਾ। ਪਹਿਲਾਂ ਚਿੱਟੇ ਦੇ ਜਿਹੜੇ ਅਕਾਲੀ ਦਲ ਬਾਦਲ ਦੇ ਇੱਕ ਦੋ ਡੀਲਰ ਸੀਗੇ, ਫਿਰ ਕਾਂਗਰਸ ਦੀ ਸਰਕਾਰ ਆਈ ਆ, ਹੁਣ ਪਿੰਡਾਂ ਦੇ ਵਿੱਚ ਡੀਲਰ 2 3 ਬੈਠੇ ਨੇ। ਮਾਵਾਂ ਰੋ ਰਹੀਆਂ ਨੇ, ਭੈਣਾਂ ਬਿਲਕ ਰਹੀਆਂ ਨੇ, ਬੁਰਾ ਹਾਲ ਆ ਲੋਕਾਂ ਦਾ। ਸਤਲੁਜ ਦਰਿਆ ਸਾਡੇ ਨਾਲ ਪੈਂਦਾ, ਸਾਰੇ ਦਾ ਸਾਰਾ ਹੀ ਪੱਟ ਕੇ ਜਿਹੜਾ ਇਹ ਲੀਡਰ ਸਾਰਾ ਕੁਝ ਖਾ ਗਏ ਨੇ। ਤੇ ਅੱਜ ਸਾਡੀ ਮੰਗ ਆ ਜਿਹੜੀ ਉਹ ਸਾਡੀ ਇਹ ਆਟਾ ਦਾਲ ਤੋਂ ਸਾਡੀ ਨੌਜਵਾਨ ਪੀੜ੍ਹੀ ਆ ਉੱਪਰ ਉੱਠ ਕੇ ਉਹ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਸਾਡੇ ਜੋ ਏਜੰਡੇ ਨੇ ਲੈ ਕੇ ਚੱਲ ਰਹੇ ਆ ਪੰਜਾਬ ਨੂੰ ਬਚਾਉਣ ਲਈ, ਉਹਦਾ ਸਾਥ ਦੇਣ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਇਹ ਕਾਫਲੇ ਵੱਡੇ ਹੋਣਗੇ। ਤਾਂ ਤੁਸੀਂ ਸਮਰਾਲੇ ਤੋਂ ਲੜ ਰਹੇ ਹੋ, ਤਾਂ ਕਿਸਾਨੀ ਅੰਦੋਲਨ ਦੇ ਵਿੱਚ ਤੁਹਾਡੀ ਵੱਡੀ ਭੂਮਿਕਾ ਰਹੀ। ਕਿਸਾਨੀ ਅੰਦੋਲਨ ਦੇ ਵਿੱਚ ਪਹਿਲਾ ਪਰਚਾ ਤੁਹਾਡੇ ਉੱਤੇ ਦਰਜ ਹੁੰਦਾ ਆ ਪੰਜਾਬ ਦੇ ਵਿੱਚ, ਤਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਭੂਮਿਕਾ ਨਿਭਾਈ ਹੈ ਤੁਸੀਂ ਨੇ, ਇੱਥੇ ਸਮਰਾਲੇ ਦੇ ਵਿੱਚ ਲਗਾਤਾਰ ਵਿਚਰ ਰਹੇ ਹੋ। ਪਰ ਇਹਦਾ ਕੀ ਕਾਰਨ ਬਣਿਆ ਕਿ ਇੱਕ ਨੌਜਵਾਨ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਕਿਸਾਨ ਦੇ ਤੌਰ ਤੇ ਇੱਕ ਵੱਡੀ ਭੂਮਿਕਾ ਨਿਭਾਉਂਦਾ ਆ, ਐਕਟਿਵ ਰਹਿੰਦਾ ਆ ਲੰਬੇ ਸਮੇਂ ਤੱਕ, ਉਹ ਆਪਣੇ ਕਿਸਾਨ ਆਗੂਆਂ ਦੇ ਖਿਲਾਫ ਹੀ ਚੋਣ ਲੜਦਾ ਆ। ਤਾਂ ਜਿਨ੍ਹਾਂ ਨੂੰ ਬਲਵੀਰ ਸਿੰਘ ਰਾਜੇਵਾਲ ਜਿਨ੍ਹਾਂ ਨੇ ਅਗਵਾਈ ਕੀਤੀ ਕਿਸਾਨੀ ਅੰਦੋਲਨ ਦੀ, ਹਾਲਾਂਕਿ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗਦੇ ਰਹੇ, ਪਰ ਅਫੀਸ਼ੀਅਲੀ ਤੌਰ ਤੇ ਉੱਤੇ ਜੇ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਉਹਨਾਂ ਨੇ ਜਿਹੜੀ ਅਗਵਾਈ ਕੀਤੀ, ਉਹ ਉੱਥੇ ਕਿੱਥੇ ਜਿਹੜੀ ਵਿੱਚ ਗੱਲਬਾਤ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਉਹਨਾਂ ਨਾਲ ਗੱਲਬਾਤ ਨਹੀਂ ਹੋਈ, ਉਹਨਾਂ ਨੇ ਤੁਹਾਡੇ ਨਾਲ ਕੰਸਲਟ ਨਹੀਂ ਕੀਤਾ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਕਲੀਅਰ ਕਰਦਾ, ਮੈਂ ਇੱਥੋਂ ਐਲਾਨ ਪਹਿਲਾਂ ਕਰ ਚੁੱਕਿਆ ਸੀਗਾ। ਰਾਜੇਵਾਲ ਸਾਹਿਬ ਆ ਕੇ ਖੜੇ ਨੇ, ਇਹਦਾ ਜਵਾਬ ਸਰਦਾਰ ਗੁਰਨਾਮ ਸਿੰਘ ਚੜੂਨੀ, ਕਿਉਂਕਿ ਦੋਵੇਂ ਸਾਂਝੇ ਮੋਰਚੇ ਵੱਲੋਂ ਲੜ ਰਹੇ ਨੇ ਨਾ, ਬਲਵੀਰ ਸਿੰਘ ਰਾਜੇਵਾਲ ਸਾਹਿਬ ਦੇ ਸਕਦੇ ਨੇ ਕਿ ਦੋਹਾਂ ਲੀਡਰਾਂ ਨੇ ਕੀ ਕਾਰਨਾ ਕਿ ਮੇਰੇ ਖਿਲਾਫ ਲਿਆ ਕੇ ਇੱਕ ਕਿਸਾਨ ਆਗੂ ਨੂੰ ਲਿਆ ਕੇ ਉਹਨਾਂ ਨੇ ਚੋਣ ਲੜ ਰਹੇ ਨੇ। ਜਿੱਥੋਂ ਤੱਕ ਮੈਨੂੰ ਲੱਗਦਾ ਬਾਈ ਜੀ, ਇਹਨਾਂ ਨੇ ਪੂਰੇ ਸੰਘਰਸ਼ ਦੇ ਵਿੱਚ ਇਹਨਾਂ ਨੇ ਨੌਜਵਾਨਾਂ ਨੂੰ ਬੁੱਕਲ 'ਚ ਲਿਆ ਕਦੋਂ ਆ? ਕਦੇ ਸਾਨੂੰ ਸ਼ਰਾਰਤੀ ਆਨਸਰ, ਕਦੇ ਜੀ ਤੁਸੀਂ ਸਟੇਜ 'ਤੇ ਨਹੀਂ ਚੜ੍ਹਨਾ, ਕਦੇ ਸਟੇਜ ਦੀਆਂ ਉੱਥੋਂ ਤਾਰਾਂ ਖਿੱਚ ਦੇਣੀਆਂ, ਕਦੇ ਮਾਈਕ ਬੰਦ ਕਰ ਦੇਣਾ। ਜਲੀਲ ਤਾਂ ਕਰਦੇ ਆਏ ਨੇ ਸਾਨੂੰ ਹੁਣ ਤੱਕ। ਅਸੀਂ ਫਿਰ ਵੀ ਅਸੀਂ ਕਿਹਾ ਸਾਡੇ ਬਜ਼ੁਰਗ ਨੇ, ਚਲੋ ਅਸੀਂ ਤਾਂ ਪੰਜਾਬ ਲਈ ਲੜ ਰਹੇ ਸੀ, ਅਸੀਂ ਕਿਸੇ ਯੂਨੀਅਨ ਜਾਂ ਕਿਸੇ ਜਥੇਬੰਦੀ ਜਾਂ ਕਿਸੇ ਇਨਸਾਨ ਲਈ ਲੜਾਈ ਨਹੀਂ ਸੀ ਲੜ ਰਹੇ, ਅਸੀਂ ਇਸ ਖਿੱਤੇ ਦੀ ਲੜਾਈ ਲੜ ਰਹੇ ਸੀ। ਸਾਡਾ ਫਰਜ਼ ਸੀ ਤੇ ਜੇ ਅੱਗੇ ਤੋਂ ਵੀ ਕੋਈ ਇੱਦਾਂ ਦਾ ਕੰਮ ਹੁੰਦਾ ਅਸੀਂ ਲੜਾਂਗੇ। ਪਰ ਸਾਨੂੰ ਜਲੀਲ ਕੀਤਾ ਗਿਆ। ਸਮਰਾਲਾ ਸੀਟ ਆ ਜਿਹੜੀ, ਮੈਂ ਇਹ ਨਹੀਂ ਕਹਿੰਦਾ ਮੈਂ ਕੀ ਕੀਤਾ, ਮੈਂ ਜੋ ਕੀਤਾ ਮੈਂ ਆਪਣੇ ਪੰਜਾਬ ਲਈ, ਇਸ ਮਿੱਟੀ ਲਈ ਕੀਤਾ ਤੇ ਕਰਦਾ ਰਹੂੰਗਾ। ਇਹ ਤਾਂ ਸਾਡੇ ਬੁੱਢੇ ਲੀਡਰਾਂ ਨੂੰ ਚਾਹੀਦਾ ਸੀਗਾ, ਜਿਹੜੇ ਆਪਣੇ ਆਪ ਨੂੰ ਬੁੱਢੇ ਜਰਨੈਲ ਦੱਸਦੇ ਨੇ ਕਿ ਸਾਡਾ ਨੌਜਵਾਨ ਆ ਇਹਨੂੰ ਬੁੱਕਲ 'ਚ ਲਈਏ। ਉਹਨੇ ਤਾਂ ਸਾਨੂੰ ਅੱਖੋਂ ਉੱਲੇ ਕਰ ਦਿੱਤਾ। ਸੋ ਇਹ ਸਵਾਲ ਤੁਸੀਂ ਜੇ ਟਾਈਮ ਮਿਲਿਆ ਤਾਂ ਦੋਵੇਂ ਸਾਡੇ ਜਿਹੜੇ ਲੀਡਰ ਨੇ ਜਿਹੜੇ ਚੋਣ ਲੜ ਰਹੇ ਨੇ ਉਹਨਾਂ ਕੋਲੋਂ ਜਾ ਕੇ ਪੁੱਛਿਓ ਕਿ ਤੁਹਾਨੂੰ ਕੀ ਲੋੜ ਪੈ ਗਈ ਸੀਗੀ ਕਿ ਉੱਥੇ ਜਾ ਕੇ ਵਰਿੰਦਰ ਸਿੰਘ ਸੇਖੋਂ ਦੇ ਖਿਲਾਫ ਇੱਦਾਂ ਖੜਨ ਦੀ। ਇਹ ਸਵਾਲ ਉਹਨਾਂ ਨੂੰ ਕਰ ਸਕੋ। ਗੁਰਨਾਮ ਸਿੰਘ ਚੜੂਨੀ ਦੇ ਨਾਲ ਕਦੇ ਗੱਲਬਾਤ ਹੋਈ? ਦੇਖੋ ਜੀ, ਇਹ ਹੁਣ ਤੁਸੀਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ, ਚੱਲੀਆਂ ਵੀ ਨੇ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ, ਪਰ ਅੱਖੋਂ ਉੱਲੇ ਕਰਨ ਦੀ ਗੱਲ ਆ ਜਿਹੜੀ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਬਲਵੀਰ ਸਿੰਘ ਰਾਜੇਵਾਲ ਸਾਹਿਬ ਤੋਂ ਸਾਰੇ ਲੀਡਰ ਡਰਦੇ ਨੇ ਤੇ ਤਾਂ ਕਰਕੇ ਜੋ ਕਹਿੰਦੇ ਨੇ ਫੈਸਲਾ ਲੈਂਦੇ ਨੇ ਉਹੀ ਕਰ ਸਕਦੇ ਨੇ। ਇਹਨਾਂ ਦਾ ਆਪਣਾ ਕੋਈ ਨਿੱਜੀ ਫੈਸਲਾ ਨਹੀਂ ਹੁੰਦਾ ਹੈਗਾ। ਅੱਛਾ, ਕੀ ਲੱਗਦਾ ਤੁਹਾਨੂੰ ਕਿ ਹੁਣ ਜਦੋਂ ਲੋਕਾਂ ਦੇ ਵਿੱਚ ਜਾਂਦੇ ਹੋਵੋਗੇ, ਵਿਚਰਦੇ ਹੋਵੋਗੇ, ਲੋਕ ਭੰਬਲ ਭੂਸੇ ਦੇ ਵਿੱਚ ਪੈਂਦੇ ਹੋਣਗੇ ਕਿ ਇਹ ਵੀ ਸਾਡਾ ਕਿਸਾਨ ਪੁੱਤ ਹੈ ਤੇ ਉਹ ਵੀ ਇੱਕ ਕਿਸਾਨ ਆਗੂ ਰਹੇ ਨੇ, ਤਾਂ ਵੋਟ ਕਿਹਨੂੰ ਪਾਈ ਜਾਵੇ? ਲੋਕਾਂ ਦਾ ਇਸ ਮਾਮਲੇ ਦੇ ਉੱਤੇ ਤੁਹਾਨੂੰ ਕਿਸ ਤਰ੍ਹਾਂ ਦੇ ਸਵਾਲ ਨੇ ਜਾਂ ਤੁਹਾਨੂੰ ਕੀ ਕਹਿੰਦੇ ਨੇ ਕਿ ਤੁਸੀਂ ਇੱਕ ਦੂਜੇ ਦੇ ਖਿਲਾਫ ਕਿਉਂ ਹੋ?
ਦੇਖੋ ਜੀ, ਕਈ ਵਾਰੀ ਹੋਇਆ ਪਿੰਡਾਂ ਦੇ ਵਿੱਚ ਗਿਆ, ਸਾਡੇ ਖਾਸ ਕਰਕੇ ਬਜ਼ੁਰਗਾਂ ਨੇ ਕਿਹਾ ਕਿ ਤੁਸੀਂ ਇਕੱਠੇ ਹੋ ਕੇ ਇਲੈਕਸ਼ਨ ਲੜਨੀ ਸੀਗੀ, ਤੇ ਮੈਂ ਤਾਂ ਉਹਨਾਂ ਨੂੰ ਇੱਕ ਗੱਲ ਦੱਸਦਾ ਜੀ, ਮੈਨੂੰ ਦੱਸੋ ਤਾਂ ਸਹੀ, ਮੈਂ ਕਦੋਂ ਅਸੀਂ ਇਹਨਾਂ ਨੂੰ ਸਤਿਕਾਰ ਨਹੀਂ ਦਿੱਤਾ, ਕਦੋਂ ਅਸੀਂ ਇਹਨਾਂ ਨੂੰ ਮਾਣ ਨਹੀਂ ਦਿੱਤਾ। ਅਸੀਂ ਜਲੀਲ ਤਾਂ ਹੁੰਦੇ ਰਹੇ ਹਾਂ, ਹੁਣ ਹਲਕੇ 'ਚ ਆ ਕੇ ਅਸੀਂ ਸਾਡੇ ਖਿਲਾਫ ਖੜ ਜਾਣਾ, ਉਹ ਵੀ ਸਾਨੂੰ ਜਲੀਲ ਕਰਨਾ ਹੀ ਆ। ਸੋ ਤੁਸੀਂ ਬਜ਼ੁਰਗੋ ਇਹਨਾਂ ਨੂੰ, ਲੀਡਰਾਂ ਨੂੰ ਪੁੱਛੋ, ਕਿਸਾਨ ਵਾਲਿਆਂ ਨੂੰ ਵੀ, ਇਹ ਨੌਜਵਾਨਾਂ ਨੂੰ ਬਹੁਤ ਟਾਈਮ ਹੋ ਗਿਆ, ਵੱਡੀਆਂ ਉਮਰਾਂ ਹੋ ਗਈਆਂ, ਯੂਥ ਨੂੰ ਅੱਗੇ ਆਉਣਾ ਚਾਹੀਦਾ। ਯੂਥ ਲਿਆ ਕੇ ਨਵੀਆਂ ਸਾਡੀਆਂ ਕੋਲ ਪਲੈਨਿੰਗਾਂ ਨੇ ਪੰਜਾਬ ਨੂੰ ਬਚਾਉਣ ਲਈ, ਸਾਡੀ ਖੇਤੀ ਲਈ, ਸਾਡੇ ਨੌਜਵਾਨਾਂ ਲਈ, ਤੇ ਸਾਨੂੰ ਇਹਨਾਂ ਨੂੰ ਸਾਹਮਣੇ ਸਾਨੂੰ ਥਾਪੜਾ ਦੇਣਾ ਚਾਹੀਦਾ ਵੀ ਚਲੋ ਤੁਸੀਂ ਲੱਗੋ ਅੱਗੇ, ਤੁਹਾਡੇ ਨਾਲ ਚੱਲਦੇ ਹਾਂ। ਪਰ ਇਹ ਤਾਂ ਹੁਣ ਆਪ ਹੀ ਕੁਰਸੀਆਂ ਨੂੰ ਚਿੰਬੜ ਕੇ ਬੈਠੇ ਨੇ, ਛੱਡਣ ਨੂੰ ਇਹਨਾਂ ਦਾ, ਜਿਵੇਂ ਬਾਦਲ ਸਾਹਿਬ ਇੰਨੀ ਉਮਰ ਦੇ ਹੋ ਗਏ ਕੁਰਸੀ ਨਹੀਂ ਛੱਡ ਰਹੇ, ਉਹੀ ਹਾਲ ਇਹਨਾਂ ਦੇ ਨੇ। ਸੋ ਇਹ ਜਿਹੜਾ ਪਿੰਡਾਂ ਦੇ ਵਿੱਚ ਲੁੱਕ ਹੈਗੇ ਨੇ ਛੱਛੋ ਪੰਜ ਦੇ ਵਿੱਚ ਵੀ ਤੁਸੀਂ ਇਕੱਠੇ ਹੋ ਕੇ ਲੜਦੇ, ਤੁਸੀਂ ਬਲਵੀਰ ਸਿੰਘ ਰਾਜੇਵਾਲ ਨੂੰ ਕਹੋ ਤੁਹਾਡੀ ਸਪੋਰਟ ਕਰਨ, ਮੈਂ ਕਿਹਾ ਜੀ ਹੁਣ ਅਸੀਂ ਕਿੱਦਾਂ ਕਹਿ ਸਕਦੇ ਹੋ, ਸਿਆਣੇ ਨੇ ਉਹ, ਸਾਤੋਂ ਸਮਝਦਾਰ ਨੇ ਉਹ, ਆਪ ਹੀ ਸੋਚਣੇ ਗੱਲ। ਜਿਵੇਂ ਕਿਸਾਨੀ ਅੰਦੋਲਨ ਜਦੋਂ ਫਤਿਹ ਕੀਤਾ ਤਾਂ ਉਸ ਤੋਂ ਬਾਅਦ ਕਿਸਾਨ ਘਰਾਂ ਨੂੰ ਆਏ, ਤਾਂ ਕਈ ਮੁੱਦੇ ਨੇ ਜਿਹੜੇ ਉਹ ਦਿੱਲੀ ਸਰਹੱਦਾਂ 'ਤੇ ਹੀ ਰਹਿ ਗਏ। 3 ਖੇਤੀ ਕਾਨੂੰਨ ਤਾਂ ਵਾਪਸ ਹੋ ਗਏ, ਨਾ ਤਾਂ MSP ਦੀ ਗੱਲ ਕਿਤੇ ਬੰਨੇ ਲੱਗੀ ਹੈ, ਨਾ ਹੀ ਪਰਚਿਆਂ ਦੀ ਗੱਲ ਕਿਸੇ ਪਾਸੇ ਕਿਸੇ ਬੰਨੇ ਲੱਗੀ ਹੈ, ਨਾ ਹੀ ਜਿਹੜੇ ਨੌਜਵਾਨਾਂ ਨੂੰ ਦਿੱਲੀ ਗੇੜੇ ਮਰਾਏ ਜਾ ਰਹੇ ਨੇ, ਟਰੈਕਟਰ ਮਿਲਦਾ ਹੈ ਤਾਂ ਕਈਆਂ ਦੇ ਜ਼ਬਤ ਖੜੇ ਨੇ, ਉਹ ਗੱਲ ਕਿਸੇ ਬੰਨੇ ਨਹੀਂ ਲੱਗੀ। ਹੁਣ ਵੀ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਜਿਹੜਾ ਸਰਕਾਰ ਦੇ ਖਿਲਾਫ ਵਿਸ਼ਵਾਸਘਾਤ ਦਿਹਾੜਾ ਮਨਾਉਣ ਜਾ ਰਹੇ ਹਾਂ। 31 ਤਰੀਕ ਨੂੰ ਉਹਨਾਂ ਨੇ ਇੱਦਾਂ ਐਲਾਨ ਕੀਤਾ ਆ। ਤਾਂ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਤਾਂ ਕਿਸਾਨ ਆਗੂ ਨਹੀਂ ਸੀ, ਜਿਹੜੇ ਕਿਸਾਨ ਆਗੂ ਨੇ ਰਾਜਨੀਤੀ ਦੇ ਵਿੱਚ ਆਉਣ ਦਾ ਫੈਸਲਾ ਲਿਆ, ਹਾਲੇ ਉਹਨਾਂ ਨੂੰ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਪਹਿਲਾਂ ਨਿਬੇੜ ਲੈਣਾ ਚਾਹੀਦਾ? ਬਿਲਕੁਲ ਬਾਈ ਜੀ, ਕਿਉਂਕਿ ਮੈਨੂੰ ਜੋ ਹਾਲਾਤ ਲੱਗਦੇ ਨੇ ਇਹਨਾਂ ਨੂੰ 2022 ਦੀਆਂ ਚੋਣਾਂ ਦਿਖ ਰਹੀਆਂ ਸੀਗੀਆਂ, ਕਿਸੇ ਨੂੰ ਮੁੱਖ ਮੰਤਰੀ ਦੀ ਕੁਰਸੀ ਦਿਖ ਰਹੀ ਸੀ, ਕਿਸੇ ਨੂੰ MLA-ਸ਼ਿਪ ਦਿਖ ਰਹੀ ਸੀਗੀ। ਇਹਨਾਂ ਨੂੰ ਇਹ ਸੀਗਾ ਵੀ ਛੇਤੀ ਤੋਂ ਛੇਤੀ ਇਹ ਫਾਹਾ ਜਾਂ ਨਿਬੇੜ ਕੇ ਦਿੱਲੀ ਵਾਲਾ, ਵੀ ਹੁਣ ਲੋਕ ਸਾਡੇ ਪਿੱਛੇ ਲੱਗੇ ਹੋਏ ਨੇ, ਵੱਡੀਆਂ ਵੱਡੀਆਂ ਟਰਾਲੀਆਂ ਭਰ ਕੇ ਆ ਰਹੇ ਨੇ, ਲੋਕਾਂ ਦਾ ਬੜਾ ਕਿਸਾਨੀ ਸੰਘਰਸ਼ ਦੇ ਵਿੱਚ ਰੋਹ ਆ ਵੀ ਸਾਡੀ ਸਰਕਾਰ ਬਣੀ ਪਈ ਆ ਪੰਜਾਬ ਦੇ ਵਿੱਚ, ਵੀ ਇਹ ਮੌਕਾ ਨਾ ਨਿਕਲ ਜੇ ਇੱਥੋਂ। ਇਹਨਾਂ ਨੇ ਜੋ ਕਰਨਾ ਕਰੋ। ਇਹ ਤਾਂ ਕਾਲੇ ਕਾਨੂੰਨ 3 ਜਿਹੜੇ ਰੱਦ ਹੋ ਗਏ ਸਾਡੇ ਲੋਕਾਂ ਕਰਕੇ ਹੋ ਗਏ, ਜੇ ਇਹ ਹੁੰਦੇ ਇਹਨਾਂ ਤੋਂ ਇਹ ਵੀ ਰੱਦ ਨਹੀਂ ਸੀ ਹੋਣੇ। ਇਹਨਾਂ ਨੇ ਜਲਦੀ ਉਹ MSP ਦੀ ਮੰਗ ਜਾਂ ਦੂਜੀਆਂ ਨੌਜਵਾਨਾਂ ਦੇ ਪਰਚਿਆਂ ਦੀ ਮੰਗ ਸੀ, ਇਹਨਾਂ ਨੇ ਸਾਰੀ ਠੰਡੇ ਬਸਤੇ ਪਾ ਕੇ ਪੰਜਾਬ 'ਚ ਆ ਕੇ ਇਲੈਕਸ਼ਨਾਂ 'ਚ ਪੈ ਗਏ। ਇਹਨਾਂ ਨੇ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ। ਇਹਨਾਂ ਨੂੰ ਨਹੀਂ ਸੀ ਚਾਹੀਦਾ ਹਜੇ ਕਿਸਾਨੀ ਸੰਘਰਸ਼ ਉੱਥੋਂ ਸਮਾਪਤ ਕਰਨਾ, ਕਿਉਂਕਿ 10-15 ਦਿਨ ਆਪਾਂ ਹੋਰ ਬੈਠ ਜਾਂਦੇ, ਕਮ ਸੇ ਕਮ ਪਰਚੇ ਪੁਰਚੇ ਜਾਂ ਦੂਜੇ ਟਰੈਕਟਰ ਖੜੇ ਨੇ ਸਾਡੇ, ਇਹ ਤਾਂ ਸਾਡੀਆਂ ਮੰਗਾਂ ਜਿਹੜੀਆਂ ਸੀਗੀਆਂ ਹੱਲ ਹੋ ਸਕਦੀਆਂ ਸੀ ਨਾ। ਸੋ ਹੁਣ ਵਿਸ਼ਵਾਸਘਾਤ ਬਣਾਈ ਜਾਓ ਦਿਨ, ਮੈਨੂੰ ਤਾਂ ਲੱਗਦਾ ਨਹੀਂ ਹੈਗਾ। ਬਾਕੀ ਸਾਡੇ ਕਈ ਕਿਸਾਨ ਆਗੂ ਨੇ ਜਿਹੜੇ ਬੜੇ ਸਤਿਕਾਰਯੋਗ ਨੇ, ਬੜੇ ਨਿਡਰ ਵੀ ਨੇ, ਜਿਹੜੇ ਅੱਜ ਵੀ ਆਪਣੇ ਸਟੈਂਡ 'ਤੇ ਖੜੇ ਨੇ। ਜਦੋਂ ਉਹ ਕਿਸਾਨ ਆਗੂ ਸਾਨੂੰ ਆਵਾਜ਼ ਦੇਣਗੇ, ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਲਹਿਰ ਚੱਲੀ BJP ਦੇ ਸ਼ਾਮਲ ਹੋਣ ਦੀ, ਇੰਜ ਲੱਗਿਆ ਕਿ ਸ਼ਾਇਦ ਪੰਜਾਬ ਦੇ ਸਾਰੇ ਸਿਆਸੀ ਲੀਡਰ ਕਿਸਾਨੀ ਅੰਦੋਲਨ ਦੀ ਜਿੱਤ ਜਾਂ ਕਿਸਾਨੀ ਅੰਦੋਲਨ ਦੀ ਸਮਾਪਤੀ ਉਡੀਕ ਰਹੇ ਸੀ, ਕਦੋਂ ਸਮਾਪਤ ਹੋਵੇ ਤੇ ਕਦੋਂ BJP ਦੇ ਪਾਲੇ ਦੇ ਵਿੱਚ ਛਾਲਾਂ ਮਾਰੀਆਂ ਜਾਣ। ਤਾਂ ਧੜਾਧੜ BJP ਦੇ ਪਾਲੇ ਦੇ ਵਿੱਚ ਛਾਲਾਂ ਮਾਰੀਆਂ ਜਾ ਰਹੀਆਂ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਜਿਹੜੇ ਲੋਕ ਸ਼ਾਮਲ ਹੋ ਰਹੇ ਨੇ, ਉਹ ਕਿੰਨਾ ਕੁ ਪੰਜਾਬ ਦਾ ਜਿਹੜਾ ਜਿਹੜੇ ਵੋਟ ਬੈਂਕ ਆ ਉਹਨੂੰ ਪ੍ਰਭਾਵਿਤ ਕਰ ਸਕਦੇ ਨੇ? ਤੁਹਾਡੇ ਇਲਾਕੇ ਦਾ ਜਿਹੜਾ ਕੀ ਹਾਲ ਹੈ, ਜਾਂ ਇੱਥੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵੋਟ ਬੈਂਕ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੇ? ਬਾਈ ਜੀ, ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦਾ, ਜ਼ਮੀਰ ਦਾ ਮਰ ਜਾਣਾ ਮੌਤ ਹੁੰਦਾ। ਜੇ ਅਸੀਂ 800 ਕਿਸਾਨ ਦੀ ਸ਼ਹਾਦਤ ਦਿੱਤੀ ਆ ਦਿੱਲੀ ਤੇ ਬਾਰਡਰਾਂ ਤੇ, ਸਾਡੇ ਵਿੱਚੋਂ ਰੂਹਾਂ ਵਿਛੜ ਗਈਆਂ ਨੇ, ਅਸੀਂ ਉਹਨਾਂ ਦੇ ਰੂਹ ਵਜੋਂ ਮੋਦੀ ਨੂੰ ਫਿਰੋਜ਼ਪੁਰ ਰੈਲੀ ਕਰਨ ਆਉਣਾ ਸੀ, ਅਸੀਂ ਵੜਨ ਨਹੀਂ ਦਿੱਤਾ ਹੈਗਾ। ਅਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਵੀ ਮੋਦੀ ਨੂੰ ਵਾਪਸ ਮੋੜਤਾ। ਪਰ ਬਾਈ ਜੀ, ਜਿਹੜਾ 2.5 ਲੱਖ ਮੁੰਡਾ ਬਾਦਲ ਤੇ ਕਾਂਗਰਸ ਨੇ ਮਾਰਿਆ, ਉਹਦਾ ਜਵਾਬ ਉਹਨਾਂ ਸ਼ਹੀਦਾਂ ਲਈ ਕਦੋਂ ਅਸੀਂ ਜਾਗਾਂਗੇ? ਜਦੋਂ ਸਾਡੇ ਸ਼ਹੀਦ ਸੀ, ਜਿਹੜੇ ਸਾਡੇ ਯੋਧੇ ਸੀ, ਜਿਹੜੇ ਸਾਡੇ ਖਾੜਕੂ ਸਿੰਘ ਸੀ, ਉਹਨਾਂ ਦੀਆਂ ਭੈਣਾਂ ਨੂੰ, ਉਹਨਾਂ ਦੇ ਪਿਓਾਂ ਦੀਆਂ ਕਿਹੜਾ ਥਾਣਾ ਪੰਜਾਬ ਦਾ ਜਿੱਥੇ ਦਾੜੀ ਨਹੀਂ ਪੁੱਟੀ ਹੈਗੀ? ਕਿੱਥੇ ਸਾਡੀਆਂ ਭੈਣਾਂ ਬੇਪਤ ਨਹੀਂ ਕੀਤੀਆਂ ਹੋਈਆਂ? ਤੁਸੀਂ BJP ਦੀ ਗੱਲ ਕਰਦੇ ਹੋ। ਇਹ ਲੋਕ ਤਾਂ ਅਕਾਲ ਤਖਤ ਸਾਹਿਬ ਢਹਾ ਕੇ ਕਾਂਗਰਸ ਤੋਂ, ਬਾਦਲਾਂ ਤੋਂ, KPS ਗਿੱਲ ਨੇ ਜਿਹਨੇ ਰਾਤਾਂ ਨੂੰ ਮੀਟਿੰਗਾਂ ਕਰਕੇ ਸਾਡੇ ਨੌਜਵਾਨਾਂ ਦੀ ਕਤਲੋਗਾਰਤ ਕੀਤੀ ਆ, ਬਾਦਲ ਨੇ, ਬਿਕਰਮਜੀਤ ਮਜੀਠੀਏ ਵਰਗੇ ਨੇ ਚਿੱਟੇ ਨਾਲ 10 ਸਾਲ ਸਾਡੇ ਨੌਜਵਾਨਾਂ ਦੀ ਕਤਲੋਗਾਰਤ ਕਰਤੀ। ਇਹ ਤਾਂ ਬਾਈ ਜੀ ਉਹਨਾਂ ਦੇ ਝੰਡੇ ਲਾਈ, ਮੜੀ ਗੈਰਤ ਵਾਲੇ ਉਹਨਾਂ ਦੇ ਝੰਡੇ ਲਾਈ ਫਿਰਦੇ ਨੇ। ਇਹ ਤਾਂ ਉਹ ਕਾਂਗਰਸ ਦੀ ਝੋਲੀ 'ਚ ਬੈਠੇ ਨੇ। ਇਹ ਤਾਂ ਆ ਭੁੱਲਰ ਸਾਹਿਬ ਦੀ ਰਿਹਾਈ ਨਹੀਂ ਕਰ ਰਿਹਾ ਕੇਜਰੀਵਾਲ, ਤੇ ਇਹ ਤਾਂ ਝਾੜੂ ਵਾਲੇ ਝੰਡੇ ਲਾਈ ਬੈਠੇ ਨੇ। ਭਗਵੰਤ ਮਾਨ ਦੇ ਨਾਲ ਲੋਕ ਪੰਜਾਬ ਦੇ ਬਹੁਤ ਖੜੇ ਨੇ। ਭਗਵੰਤ ਮਾਨ ਪੰਜਾਬ ਦੇ ਮੁੱਦੇ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਲੰਬੇ ਸਮੇਂ ਤੋਂ ਗੱਲਬਾਤ ਕਰ ਰਹੇ। ਭਗਵੰਤ ਮਾਨ ਕੀ ਕਰੂਗਾ? ਸਿਗਨਲ ਤਾਂ ਦਿੱਲੀ ਤੋਂ RSS ਦਾ ਤੇ ਨਾਗਪੁਰ ਤੋਂ ਦਿੱਲੀ ਤੋਂ ਆਉਂਦਾ। CM ਦਾ ਚਿਹਰਾ ਦੇਣਾ ਸੀ। ਰਾਘਵ ਚੱਡਾ ਇੱਥੇ ਪ੍ਰੈਸ ਕਾਨਫਰੰਸ ਕਰਦਾ ਕਿ ਕਿਉਂ ਸਾਡੇ ਪੰਜਾਬ 'ਚ ਲੀਡਰ ਨਹੀਂ ਹੈਗੇ, ਸਾਡੇ ਪੰਜਾਬ ਦੇ ਲੋਕਾਂ 'ਚ ਕਾਬਲੀਅਤ ਨਹੀਂ ਹੈਗੀ। ਉਹ ਤਾਂ ਦਿੱਲੀ ਤੋਂ ਉਹਨਾਂ ਨੂੰ ਸਿਗਨਲ ਮਿਲਦਾ। ਭਗਵੰਤ ਮਾਨ ਇੱਕ ਫਸ ਚੁੱਕਿਆ। ਭਗਵੰਤ ਮਾਨ ਹੁਣ ਆਮ ਆਦਮੀ ਪਾਰਟੀ 'ਚ ਇੰਨਾ ਕੁ ਮਜਬੂਰ ਹੋ ਕੇ ਫਸਿਆ ਆ, ਉਹਦੇ ਕੋਲ ਕੋਈ ਐਗਜ਼ਿਟ ਨਹੀਂ ਹੈਗਾ। ਉਹਨਾਂ ਨੂੰ ਇਹ ਲੱਗਦਾ ਕਿ ਮੇਰਾ ਸਿਆਸੀ ਜੀਵਨ ਖਤਮ ਹੋ ਜੂ ਜੇ ਮੈਂ ਇਹ ਪਾਰਟੀ 'ਚ ਚਲ ਗਿਆ, ਇਸ ਕਰਕੇ ਫਸਿਆ ਹੋਇਆ। ਭਗਵੰਤ ਮਾਨ ਸਾਹਿਬ ਨੂੰ ਪਾ ਕੇ ਦੇਖਿਓ, ਕਦੇ ਉਹਨੂੰ ਛੇੜ ਕੇ ਦੇਖਿਓ, ਅੰਦਰੋਂ ਬਹੁਤ ਦੁਖੀ ਆ ਉਹ ਇਸ ਟਾਈਮ।
ਜਿਸ ਢੰਗ ਦੇ ਨਾਲ ਤੁਹਾਡੇ ਮੁੱਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ, ਤੁਹਾਡਾ ਮੁੱਦਾ ਆ ਪੰਜਾਬ ਦੇ ਮੁੱਦੇ ਨੇ, ਵਿੱਚ ਸਿੱਖਾਂ ਦੇ ਮੁੱਦੇ ਵੀ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਇਨਸਾਫ ਦਾ। ਤਾਂ ਸਿੱਖਾਂ ਦੇ ਮੁੱਦੇ ਤਾਂ ਕਵਰ ਹੋ ਚੁੱਕੇ ਨੇ, ਪੰਜਾਬ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁੱਦੇ ਕਵਰ ਹੋ ਚੁੱਕੇ ਨੇ। ਜਿਹੜਾ ਪੰਜਾਬ ਦੇ ਵਿੱਚ ਇੱਕ ਹੁਣ ਨੈਰੇਟਿਵ ਸਿਰ ਦਿੱਤਾ ਗਿਆ ਹੈ ਕਿ ਅਸੀਂ ਦਲਿਤ ਨੂੰ ਮੁੱਖ ਮੰਤਰੀ ਬਣਾਵਾਂਗੇ, ਅਸੀਂ ਹਿੰਦੂ ਨੂੰ ਉਪ ਮੁੱਖ ਮੰਤਰੀ ਬਣਾਵਾਂਗੇ, ਤਾਂ ਉਸ ਵੋਟ ਬੈਂਕ ਨੂੰ ਤੁਸੀਂ ਆਪਣੇ ਭਰੋਸੇ ਦੇ ਵਿੱਚ ਕਿਵੇਂ ਲਓਗੇ, ਹਿੰਦੂਆਂ ਨੂੰ ਆਪਣੇ ਭਰੋਸੇ ਦੇ ਵਿੱਚ ਕਿਵੇਂ ਲਓਗੇ ਕਿ ਤੁਸੀਂ ਉਹਨਾਂ ਦੀ ਵੀ ਗੱਲ ਕਰੋਗੇ? ਦੇਖੋ ਜੀ, ਪੰਜਾਬ ਦਾ ਹਿੰਦੂ ਇਹ ਗੱਲ ਸਮਝਦਾ ਕਿ ਪਹਿਲੇ ਪਾਤਸ਼ਾਹ ਨੇ ਆਪ ਜਨੇਊ ਨਹੀਂ ਪਾਇਆ ਤੇ ਨੌਵੇਂ ਜਾਮੇ 'ਚ ਆ ਕੇ ਅਸੀਂ ਉਹ ਜਨੇਊ ਲੈਣ ਵੀ ਨਹੀਂ ਦਿੱਤਾ। ਜਿਹੜਾ ਸਾਡੇ ਪੰਜਾਬ ਦੇ ਹਿੰਦੂਆਂ ਵੱਲ ਅੱਖ ਚੱਕ ਕੇ ਦੇਖੂ, ਅਸੀਂ ਉਹ ਅੱਖਾਂ ਕੱਢ ਦਾਂਗੇ। ਪੰਜਾਬ ਦਾ ਹਿੰਦੂ ਸਾਡੇ ਭਰਾ ਨੇ, ਸਾਡੇ ਬਰਾਬਰ ਦੇ ਸ਼ਰੀਕ ਨੇ, ਇਸ ਪੰਜਾਬ ਦੇ ਵਿੱਚ ਸਤਿਕਾਰਯੋਗ ਨੇ। ਜਿਹੜਾ ਵਪਾਰ ਆ ਉਹ ਤਾਂ ਸਾਡਾ ਹਿੰਦੂ ਭਾਈਚਾਰਾ ਕਰ ਰਿਹਾ। ਅਸੀਂ ਪਾਕਿਸਤਾਨ ਬਾਰਡਰ ਖੋਲ੍ਹਣ ਦੀ ਗੱਲ ਕਰਦੇ ਹਾਂ, ਕਿਸੇ ਨੇ ਅੱਜ ਤੱਕ ਇਹ ਆਵਾਜ਼ ਨਹੀਂ ਉਠਾਈ। ਜੇ ਅਸੀਂ ਪਾਕਿਸਤਾਨ ਬਾਰਡਰ ਖੋਲ੍ਹਣ ਦੀ ਗੱਲ ਕਰ ਰਹੇ ਹਾਂ, ਪਾਕਿਸਤਾਨ ਦੇ ਨਾਲ ਬਾਇਆ ਅਰਬ ਵਪਾਰ ਕਰਨਾ, ਜਾਂ ਅਫਗਾਨਿਸਤਾਨ, ਜਿੰਨੇ ਵੀ ਦੇਸ਼ ਨੇ ਸਾਡਾ ਵਪਾਰ ਹੋਵੇ, ਸਾਡੀਆਂ ਸਬਜ਼ੀਆਂ, ਸਾਡੀਆਂ ਫਸਲਾਂ, ਸਾਡੀਆਂ ਜਿਣਸਾਂ ਉੱਧਰ ਨੂੰ ਜਾਣ, ਉਹਦੇ ਨਾਲ ਜਿਹੜਾ ਤੁਸੀਂ ਸਾਡਾ SC BC ਭਾਈਚਾਰਾ ਕਹਿੰਦੇ ਹੋ, ਜਿਹੜੇ ਅਸੀਂ ਗਰੀਬ ਹਾਂ, ਮਜ਼ਦੂਰ ਹਾਂ, ਜੋ ਵੀ ਹਾਂ, ਹੁਣ ਜੇ ਸਾਡੀ ਉਹ ਖੁੱਲ੍ਹ ਜਾਂਦਾ ਬਾਰਡਰ, ਤਾਂ ਸਾਡੀਆਂ ਸਬਜ਼ੀਆਂ, ਉਹਨਾਂ ਲਈ ਮਜ਼ਦੂਰ ਵੀ ਚਾਹੀਦੇ ਨੇ, ਉਹਨਾਂ ਲਈ ਟਰਾਂਸਪੋਰਟ ਚਾਹੀਦੀ ਆ, ਉਹਨਾਂ ਲਈ ਵੱਡਾ ਵਪਾਰੀ ਵਰਗ ਸਾਡਾ ਹਿੰਦੂ ਭਾਈਚਾਰਾ ਜਿਹੜਾ ਪੰਜਾਬ ਦੇ ਵਿੱਚ ਆ ਉਹ ਵਪਾਰ ਕਰੂਗਾ। ਤਾਂ ਫਿਰ ਸਾਡੇ ਜਿੰਨੇ ਵੀ ਕੈਟਾਗਰੀਆਂ ਨੇ ਸਾਡੇ ਇਸ ਖਿੱਤੇ ਦੀਆਂ, ਪੰਜਾਬੀ ਨੇ ਜਿਹੜੀਆਂ, ਉਹ ਸਾਰੀਆਂ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਪ੍ਰਭਾਵਿਤ ਹੋਣਗੀਆਂ, ਆਰਥਿਕ ਪੱਖੋਂ ਮਜ਼ਬੂਤ ਹੋਣਗੀਆਂ, ਵਪਾਰਕ ਪੱਖੋਂ ਵੀ, ਟਰਾਂਸਪੋਰਟ ਪੱਖੋਂ ਵੀ, ਮਜ਼ਦੂਰ ਪੱਖੋਂ ਵੀ, ਕਿਸਾਨ ਪੱਖੋਂ ਵੀ। ਸੋ ਅਸੀਂ ਇਹ ਚੀਜ਼ ਲੈ ਕੇ ਚੱਲਦੇ ਹਾਂ। ਅਸੀਂ ਉਹਨਾਂ ਸਾਰਿਆਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਸਾਰਿਆਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੀ ਗੱਲ ਕਰਦੇ ਹਾਂ ਜੀ। ਸਿਆਸਤ ਦੀ ਗੱਲ ਕਰਨੀ ਚਾਹੁੰਦੇ ਕਿ ਸਿਆਸਤ ਆਮ ਘਰਾਂ ਦੇ ਮੁੰਡਿਆਂ ਦੀ ਖੇਲ ਨਹੀਂ ਰਿਹਾ। ਸਿਆਸਤ ਨੂੰ ਬੜਾ ਮਹਿੰਗਾ ਕਰ ਦਿੱਤਾ ਗਿਆ। ਲੱਖਾਂ ਕਰੋੜਾਂ ਰੁਪਈਏ ਜਿਹੜੀ ਇੱਕ ਹਲਕੇ ਦੀ ਚੋਣ ਕੰਪੇਨਿੰਗ ਦੇ ਉੱਤੇ ਪਾਰਟੀਆਂ ਖਰਚ ਦਿੰਦੀਆਂ ਨੇ। ਤਾਂ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚ ਉੱਠ ਮੁੰਡਿਆ ਜਿਹਦੇ ਪਰਿਵਾਰ ਨੇ 47 ਦਾ ਸੰਤਾਪ ਹੰਢਾਇਆ, ਪਿੱਛੋਂ ਚੱਲ ਕੇ ਇੱਧਰ ਆਏ ਹੋ ਤੁਸੀਂ, ਤਾਂ ਉਹ ਇੱਕ ਉਜਾੜਾ ਤੁਸੀਂ ਦੇਖਿਆ ਹੋਇਆ। ਉਰੇ ਆ ਕੇ ਬੜੀ ਮੁਸ਼ਕਿਲ ਦੇ ਨਾਲ ਜਿਹੜੇ ਪਾਕਿਸਤਾਨ ਤੋਂ ਪਰਿਵਾਰ ਆਏ ਤੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਆਪਣੇ ਆਪ ਨੂੰ ਇੱਥੇ ਸਟੇਬਲ ਕੀਤਾ, ਇੱਕ ਸਥਿਰਤਾ ਲੈ ਕੇ ਆਏ। ਤਾਂ ਇੱਕ ਮੱਧ ਵਰਗੀ ਪਰਿਵਾਰ ਦਾ ਮੁੰਡਾ ਜਿਹੜਾ ਮੰਨ ਲਓ ਜਿਹਦੇ ਕੋਲ ਇੰਨੇ ਸਾਧਨ ਵੀ ਨਹੀਂ ਹੈਗੇ ਕਿ ਉਹ ਸਿਆਸੀ ਪਾਰਟੀਆਂ ਨੂੰ ਟੱਕਰ ਦੇ ਸਕੇ, ਤਾਂ ਉਹ ਟੱਕਰ ਦਊਗਾ ਕਿਵੇਂ? ਉਹਨਾਂ ਪੈਸਾ ਤਾਂ ਤੁਸੀਂ ਲਾ ਨਹੀਂ ਸਕਦੇ। ਸਿਆਸੀ ਪਾਰਟੀਆਂ ਬਹੁਤ ਜ਼ਿਆਦਾ ਪੈਸਾ ਜਿਹੜਾ ਵਪਾਰੀਆਂ ਤੋਂ ਵੀ ਆਉਂਦਾ ਉਹ ਵੀ ਲਗਾ ਦਿੰਦੀਆਂ ਨੇ। ਤਾਂ ਤੁਸੀਂ ਚੋਣ ਕੰਪੇਨਿੰਗ ਜਿਹੜੀ ਆਪਣੀ ਉਹ ਕਿਸ ਢੰਗ ਨਾਲ ਕਰ ਰਹੇ? ਅਸੀਂ ਜੀ ਦੇਖੋ, ਜੋ ਸਾਡੇ ਕੋਲ ਜਿੰਨੀ ਕੁ ਪੂੰਜੀ ਹੈਗੀ ਅਸੀਂ ਉਸ ਦੇ ਨਾਲ ਕਰ ਰਹੇ ਹਾਂ ਤੇ ਅਸੀਂ ਲੋਕਾਂ ਨੂੰ ਅਸਲੀ ਮੁੱਦੇ ਦੱਸ ਰਹੇ ਹਾਂ ਪੰਜਾਬ ਦੇ, ਕਿਉਂਕਿ ਅਸੀਂ ਲੋਕਾਂ ਨੂੰ ਲੜਨਾ ਸਿਖਾ ਰਹੇ ਹਾਂ ਕਿ ਲੀਡਰਾਂ ਤੋਂ ਸਵਾਲ ਕਰਨਾ ਸਿਖਾ ਰਹੇ ਹਾਂ ਕਿਵੇਂ ਆ। ਸਾਡੀ ਕੰਪੇਨ ਦੇ ਵਿੱਚ ਨਾ ਤਾਂ ਬਾਈ ਅਸੀਂ ਚਿੱਟਾ ਵੰਡਣਾ, ਨਾ ਅਸੀਂ ਸ਼ਰਾਬ ਵੰਡਣੀ ਆ, ਨਾ ਅਸੀਂ 100 ਰੁਪਏ ਵਾਲੇ ਸ਼ਾਲ ਵੰਡਣੇ ਨੇ ਮਾਈਆਂ ਨੂੰ ਜਾ ਕੇ, ਨਾ ਅਸੀਂ ਸ਼ਾਮ ਨੂੰ ਭੁੱਕੀ ਨਾ ਅਫੀਮ ਦੇਣੀ ਆ। ਸਾਡੇ ਕੋਲ ਇਹੋ ਜਿਹਾ ਕੁਝ ਵੀ ਨਹੀਂ ਹੈਗਾ। ਅਸੀਂ ਤਾਂ ਸਿਰਫ ਨਸਲ ਨੂੰ ਬਚਾਉਣ ਦੀ ਗੱਲ ਕਰਨੀ ਆ। ਨਸਲ ਦਾ ਇੱਕੋ ਇੱਕ ਸਾਡਾ ਸਵਾਲ ਆ ਵੀ ਅਸੀਂ ਤੁਹਾਡੀ ਨਸਲ ਬਚਾਵਾਂਗੇ, ਸਾਡਾ ਸਾਥ ਦਿਓ। ਲੋਕ ਸਾਥ ਵੀ ਦੇ ਰਹੇ ਨੇ, ਜਿੰਨੀ ਕੁ ਸਾਡੇ ਸਮਰੱਥਾ ਅਸੀਂ ਉਹਨਾਂ ਦਾ ਜਿਹੜਾ ਪ੍ਰਚਾਰ ਕਰਕੇ ਇਹਨਾਂ ਲੀਡਰਾਂ ਨੂੰ ਵਕਤ ਪਿਆ ਹੋਇਆ ਇਸ ਟਾਈਮ। ਇਹ ਨਹੀਂ ਹੈਗਾ ਚਾਹੇ ਇਹਨਾਂ ਕੋਲ ਕਰੋੜਾਂ ਅਰਬਾਂ ਖਰਬਾਂ ਪਤੀ ਨੇ, ਉਹ ਵੱਖਰੀ ਗੱਲ ਆ, ਪਰ ਫਿਰ ਵੀ ਸਾਡਾ ਇੱਕ ਸੱਚੀ ਸੁੱਚੀ ਕੰਪੇਨਿੰਗ ਚੱਲ ਰਹੀ ਆ, ਜਿਹੜੀ ਬੇਦਾਗ ਸਾਡੀ ਕੰਪੇਨਿੰਗ ਆ, ਜਿਸ 'ਚ ਕੋਈ ਨਸ਼ਾ ਨਹੀਂ ਹੈਗਾ, ਕੁਛ ਨਹੀਂ ਹੈਗਾ। ਤੇ ਲੋਕ ਇਸ ਚੀਜ਼ ਨੂੰ ਸਮਝਦੇ ਨੇ ਤੇ ਸਮਝ ਕੇ ਅਸੀਂ ਇਹਨਾਂ ਵੱਡੇ ਧਨਾਟ ਲੀਡਰਾਂ ਨੂੰ ਇੱਥੇ ਸਮਰਾਲੇ ਦੇ ਵਿੱਚ ਸਬਕ ਜ਼ਰੂਰ ਸਿਖਾਵਾਂਗੇ। ਤੇ ਜਿਹੜਾ ਕਿਸਾਨੀ ਕਰਕੇ ਪਹਿਲਾ ਪਰਚਾ ਪਿਆ, ਉਸ ਪਰਚੇ ਦਾ ਕੀ ਬਣਿਆ? ਦੇਖੋ ਜੀ, ਇਹ ਜਿਹੜੇ ਹੁੰਦੇ ਨੇ ਪਰਚੇ ਮਾੜੇ ਮੋਟੇ ਤਾਂ ਹੁੰਦੇ ਹੀ ਰਹਿੰਦੇ ਨੇ। ਕਦੇ ਤੁਹਾਡੇ ਤੇ ਦਰਜ ਹੋ ਗਏ, ਉਹਦਾ ਹਜੇ ਸਾਡੇ ਤੱਕ ਤਾਂ ਕੋਈ ਮਤਲਬ ਹਜੇ ਤੱਕ ਕੋਈ ਪਹੁੰਚ ਨਹੀਂ ਹੋਈ ਹੈਗੀ। ਹੋ ਸਕਦਾ ਇਹਨਾਂ ਨੇ, ਸਰਕਾਰਾਂ ਨੇ, ਪੰਜਾਬ ਦੀਆਂ ਨੇ, ਚੰਨੀ ਸਾਹਿਬ ਨੇ ਕੀਤਾ ਸੀਗਾ ਵੀ ਜਿਹੜੇ ਪਿੱਛੇ ਕਿਸਾਨੀ ਸੰਘਰਸ਼ ਦੇ ਵਿੱਚ ਨੌਜਵਾਨਾਂ ਤੇ ਪਰਚੇ ਹੋਏ ਨੇ ਉਹ ਕੈਂਸਲ ਹੋ ਜਾਣਗੇ, ਪਰ ਹਜੇ ਤੱਕ ਸਾਡੇ ਕੋਲ ਉਸ ਸਿਸਟਮ ਦਾ ਕੋਈ ਹੋਇਆ ਨਹੀਂ ਗਾ। ਪਰ ਉਸ ਦਿਨ ਸਾਨੂੰ ਪੁਲਿਸ ਨੇ ਚੱਕ ਕੇ ਸਾਨੂੰ ਛੱਡ ਦਿੱਤਾ ਸੀਗਾ। ਉਸ ਦਿਨ ਤੋਂ ਬਾਅਦ ਅਸੀਂ ਬੈਠੇ ਆਰਾਮ ਨਾਲ। ਜਦੋਂ ਕੋਈ ਗੱਲ ਹੋਊਗੀ ਤਾਂ ਪੰਜਾਬ ਦੇ ਲੋਕ ਖੜੇ ਨੇ ਨਾਲ, ਸਾਡੇ ਨਾਲ ਡਟ ਕੇ ਖੜਨਗੇ ਜੀ। ਬਿਲਕੁਲ ਜੀ। ਜਦੋਂ ਕਿਸਾਨੀ ਅੰਦੋਲਨ ਜਿਵੇਂ ਸਿਖਰਾਂ ਉੱਤੇ ਸੀ, ਜਾਂ ਉਸ ਤੋਂ ਬਾਅਦ ਜਿਵੇਂ ਕਿਸਾਨੀ ਅੰਦੋਲਨ ਨੂੰ ਫਤਿਹ ਕੀਤਾ, ਤਾਂ ਲੋਕਾਂ ਨੇ ਉਮੀਦ ਕੀਤੀ ਸੀ ਕਿ ਜਿਹੜੇ ਨੌਜਵਾਨ ਨੇ ਉਹ ਇਕੱਠੇ ਹੋਣਗੇ। ਲੱਖਾ, ਦੀਪ, ਇਹ ਇੱਕ ਆਈਕਨ ਸੀਗੇ ਨੌਜਵਾਨਾਂ ਦੇ ਕਿ ਇਹ ਇਕੱਠੇ ਹੋ ਜਾਣਗੇ। ਤਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਲੱਖਾ, ਦੀਪ ਜਾਂ ਹੋਰ ਜਿਹੜੇ ਚਿੰਤਕ ਵੀ ਉੱਥੇ ਪਹੁੰਚੇ ਹੋਏ ਸੀ, ਉਹ ਇਕੱਠੇ ਹੋ ਕੇ ਇੱਕ ਅਜਿਹੀ ਧਿਰ ਖੜੀ ਕਰਨਗੇ, ਚਾਹੇ ਅਮਿਤੋਜ ਮਾਨ, ਬੱਬੂ ਮਾਨ ਹੋਣੀ, ਜਿਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ ਹੈ, ਜਸ ਬਾਜਵੇ ਹੋਣੀ, ਜਿਹੜੇ ਵੀ ਇੱਕ ਵਧੀਆ ਜਿਹੜੀ ਧਿਰ ਹੈ, ਵੱਡੀ ਧਿਰ ਸਿਆਸੀ ਪਾਰਟੀਆਂ ਦੇ ਸਾਹਮਣੇ ਖੜੀ ਕਰਨਗੇ। ਉਸ ਢੰਗ ਨਾਲ ਹੋ ਨਹੀਂ ਸਕਿਆ। ਪਰ ਉਹਨਾਂ ਦਾ ਰੁਝਾਨ ਕੀ ਆ ਤੁਹਾਡੇ ਬਾਰੇ? ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਸਮਰਥਨ ਦੇ ਰਹੇ ਨੇ? ਦੇਖੋ ਜੀ, ਜਿਹੜੇ ਤਾਂ ਪੰਥ ਨੂੰ ਦਰਦ ਰੱਖਦੇ ਨੇ ਉਹ ਸਮਰਥਨ ਦੇਣਗੇ। ਤੇ ਮੈਂ ਹੁਣ ਤੁਹਾਡੇ ਨਾਲ ਕੋਈ ਨਾਂ ਨਹੀਂ ਦੇ ਲੈ ਸਕਦਾ,
ਬੜੇ ਲੋਕ ਨੇ ਜਿਹੜੇ ਸਮਰਥਨ ਕਰ ਰਹੇ ਨੇ, ਬੜੇ ਲੋਕ ਨੇ ਜਿਹੜਾ ਵਿਰੋਧ ਵੀ ਕਰ ਰਹੇ ਨੇ। ਸੋ ਜਿਹੜੀ ਗੱਲ ਤੁਸੀਂ ਕੀਤੀ ਆ, ਕਿਤੇ ਨਾ ਕਿਤੇ ਫਿਰ ਲੱਤਾਂ ਭਾਰ ਚੱਲਣੋਂ ਹਟ ਜਾਂਦੀਆਂ ਨੇ। ਅਸੀਂ ਗੱਲਾਂ ਬਹੁਤ ਕਰ ਜਾਂਦੇ ਹਾਂ ਹਵਾ 'ਚ ਆ ਕੇ, ਵੀ ਜਦੋਂ ਵੀ ਅਸੀਂ ਐਂ ਕਰ ਦਾਂਗੇ, ਅਸੀਂ ਪੰਜਾਬ 'ਚ ਐਂ ਕਰ ਦਾਂਗੇ। ਫਿਰ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਆ ਬਾਈ ਜੀ, ਵੀ ਖੜਨਾ ਬਹੁਤ ਔਖਾ ਹੁੰਦਾ। ਹਾਂ, ਲੋਕ ਸਾਡੇ ਨਾਲ ਜਿਹੜੇ ਕਈ ਚਿਹੜੇ ਨੇ ਜਿਹੜੇ ਮਸ਼ਹੂਰ ਪੰਜਾਬ ਦੇ, ਉਹ ਖੜੇ ਵੀ ਨੇ, ਸਾਡੀ ਪਿੱਠ ਤੇ ਖੜੇ ਨੇ, ਸਾਨੂੰ ਥਾਪੜਾ ਦਿੰਦੇ ਨੇ। ਤੇ ਆਉਣ ਵਾਲੇ ਸਮੇਂ 'ਚ ਕੁਝ ਦਿਨਾਂ ਦੇ ਵਿੱਚ ਸਭ ਪਿਕਚਰ ਕਲੀਅਰ ਹੋ ਜਾਊਗਾ ਵੀ ਕਿਹੜੇ ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਸਾਡੀ ਸਪੋਰਟ ਕਰ ਰਹੇ ਨੇ। ਜਿਵੇਂ ਤੁਸੀਂ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਆਰਐਸਐਸ ਦੇ ਵੱਲੋਂ, ਜਿਵੇਂ ਜਿਹੜਾ ਨਾਗਪੁਰ ਇਹਨਾਂ ਦਾ ਕੇਂਦਰ ਹੈ, ਤਾਂ ਆਮ ਆਦਮੀ ਪਾਰਟੀ ਨੂੰ ਵੀ ਉੱਥੋਂ ਹੀ ਜਿਹੜੀ ਕਮਾਨ ਹੈ ਉਹ ਆਉਂਦੀ ਹੈ। ਤਾਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ, ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਇੰਝ ਲੱਗਦਾ ਕਿ ਆਮ ਆਦਮੀ ਪਾਰਟੀ ਨਾਗਪੁਰ ਤੋਂ ਚਲਾਈ ਜਾ ਰਹੀ? ਦੇਖੋ ਜੀ, 4 ਸਟੇਟਾਂ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ, ਪੰਜਾਬ 'ਚ ਹੀ ਕਿਉਂ ਕੰਪੇਨਿੰਗ ਕੀਤੀ ਜਾ ਰਹੀ ਆ? ਪੰਜਾਬ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ? ਕੇਜਰੀਵਾਲ ਸਾਹਿਬ ਨੂੰ ਪੰਜਾਬ ਕਿਉਂ ਚੰਗਾ ਲੱਗ ਰਿਹਾ? ਇੱਕ ਪਾਸੇ ਕੇਜਰੀਵਾਲ ਸਾਹਿਬ ਦੇ ਸਾਰੇ ਐਮਐਲਏ ਜਿੱਤਦੇ ਨੇ ਉੱਥੋਂ, ਤੇ ਸਰਕਾਰ ਬਣ ਜਾਂਦੀ ਆ ਕਾਂਗਰਸ ਆਪਣੀ ਆਮ ਆਦਮੀ ਪਾਰਟੀ ਦੀ, ਤੇ ਥੋੜਾ ਟਾਈਮ ਬਾਅਦ ਪਾਰਲੀਮੈਂਟ ਇਲੈਕਸ਼ਨ ਹੁੰਦੇ ਨੇ, ਐਮਪੀ ਸਾਰੇ ਬੀਜੇਪੀ ਦੇ ਜਿੱਤ ਜਾਂਦੇ ਨੇ ਦਿੱਲੀ 'ਚੋਂ। ਇਹ ਕੀ ਸਿਸਟਮ ਕੀ ਆ? ਕੀ ਉਹ ਵੋਟ ਬੈਂਕ ਕਿੱਥੇ ਚਲੇ ਗਿਆ? ਜਿਹੜਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਲੋਕਾਂ ਨੇ, ਉਹ 1-2 ਬੀਜੇਪੀ ਦੇ ਐਮਪੀ ਵੀ ਨਹੀਂ ਜਿਤਾ ਸਕੇ। ਸੋ ਇਹ ਕਿਤੇ ਨਾ ਕਿਤੇ ਸਭ ਕੁਝ ਜਿਹੜਾ, ਕਿਉਂਕਿ ਕੇਜਰੀਵਾਲ ਸਾਹਿਬ ਖੁਦ ਆਪ ਕਹਿੰਦੇ ਨੇ, ਕਹਿੰਦਾ ਮੈਂ ਤਾਂ ਆਰਐਸਐਸ ਦਾ ਇੱਕ ਸਥਾਈ ਪੱਕਾ ਮੈਂਬਰ ਹਾਂ। ਤੁਸੀਂ ਉਹਨਾਂ ਦੀ ਇੰਟਰਵਿਊ ਸੁਣ ਲਿਓ ਕੱਢ ਕੇ। ਸੋ ਆਰਐਸਐਸ ਦਾ ਜਿਹੜਾ ਰਾਜਨੀਤਿਕ ਵਿੰਗ ਆ ਉਹ ਫਿਰ ਬੀਜੇਪੀ ਆ, ਤੇ ਆਮ ਆਦਮੀ ਪਾਰਟੀ ਤਾਂ ਸਪਸ਼ਟ ਆ ਨਾ, ਕਲੀਅਰ ਗੱਲ ਹੋ ਚੁੱਕੀ ਆ ਨਾ। ਸੋ ਇਹ ਗੱਲ ਕਹਿਣਾ ਵੀ ਉਹ ਕਿੱਦਾਂ ਹੈ, ਇਹ ਤਾਂ ਸਾਰਾ ਕੁਝ ਕਲੀਅਰ ਆ, ਕਿਉਂਕਿ ਕੇਜਰੀਵਾਲ ਸਾਹਿਬ ਨੇ ਆਪਣੀਆਂ ਇੰਟਰਵਿਊਜ਼ ਆਪ ਕਿਹਾ ਹੋਇਆ, ਤੇ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਕੱਟੜ ਹਿੰਦੂ ਤੋਂ ਵੀ ਸੋਚ ਰੱਖਦਾ। ਇੱਕ ਤੁਸੀਂ ਇੰਟਰਵਿਊ ਦੇਖਿਆ ਹੋਣਾ। ਸੋ ਫਿਰ ਉਹਦੇ ਵਿੱਚ ਹੁਣ ਸਾਡੇ ਸ਼ੰਕਾ ਤਾਂ ਕਹੀ ਨਹੀਂ, ਜੇ ਬੰਦਾ ਆਪਣੇ ਮੂੰਹ ਕਹਿ ਰਿਹਾ, ਤਾਂ ਸਾਡੇ ਲੋਕਾਂ ਦੀ ਭੁਲੱਕੜ ਲੋਕ ਨੇ ਸਾਡੇ, ਜਿਹੜੇ ਇਹਨਾਂ ਲੋਕਾਂ ਦੇ ਪਿੱਛੇ ਲੱਗਦੇ ਨੇ। ਤਾਂ ਕੀ ਲੱਗਦਾ ਕਿ ਜੇਕਰ ਸਰਕਾਰ ਬਣਦੀ ਹੈ ਤਾਂ ਤੁਹਾਡੇ ਹਿਸਾਬ ਨਾਲ ਉਹ ਸਰਕਾਰ, ਜੇਕਰ ਕੇਜਰੀਵਾਲ ਸਾਹਿਬ ਦੀ ਸਰਕਾਰ ਬਣਦੀ ਹੈ, ਭਗਵੰਤ ਮਾਨ ਹੋਰੀ ਮੁੱਖ ਮੰਤਰੀ, ਉਹ ਸਰਕਾਰ ਕਿਸ ਢੰਗ ਦੀ ਹੋਊਗੀ? ਮੁੱਖ ਮੰਤਰੀ ਤਾਂ ਭਗਵੰਤ ਮਾਨ ਹੋਣਗੇ, ਇੱਕ ਪੰਜਾਬੀ ਚਿਹਰਾ ਹੋਊਗਾ। ਉਹ ਭਗਵੰਤ ਮਾਨ ਨੂੰ ਤਾਂ ਜੀ ਹਰਾਉਣਾ ਇਹਨਾਂ ਨੇ। ਮੰਨ ਲਓ ਜੇ ਸਰਕਾਰ ਬਣ ਵੀ ਜਾਂਦੀ ਆ, ਕੇਜਰੀਵਾਲ ਸਾਹਿਬ ਨੇ ਆਪ ਮੁੱਖ ਮੰਤਰੀ ਬਣਨਾ ਪੰਜਾਬ ਦਾ, ਭਗਵੰਤ ਮਾਨ ਨੂੰ ਪੂਰਾ ਹਰਾਉਣ ਤੇ ਜ਼ੋਰ ਲਾ ਕੇ ਰੱਖਣਾ, ਉਹਨੂੰ ਹਰਾ ਕੇ ਉਹਨੂੰ ਖੂੰਜੇ ਲਾਉਣਾ। ਕਿਉਂਕਿ ਲੋਕ ਪੰਜਾਬ ਦੇ ਕੁਛ ਹੈਗੇ ਨੇ ਕਹਿੰਦੇ ਭਗਵੰਤ ਮਾਨ ਸੀਐਮ ਚਿਹਰਾ ਬਣ ਜਾ। ਅੱਬਲਾ ਦਾ ਬਣਦੀ ਨਹੀਂ 100% ਸਰਕਾਰ, ਲੋਕਾਂ ਨੂੰ ਪਤਾ ਹੈ ਪੰਜਾਬ। ਜੇ 1% ਬਣ ਵੀ ਗਈ ਤਾਂ ਪੰਜਾਬ ਦੇ ਹਾਲਾਤ 1992 ਤੋਂ ਵੀ ਭੈੜੇ ਹੋਣੇ ਨੇ, ਕਿਉਂਕਿ ਇਹਨਾਂ ਨੇ ਆ ਕੇ ਜਿਹੜਾ ਸਾਡੇ ਨੌਜਵਾਨਾਂ ਨੂੰ ਮਾਰਨਾ ਹੈ, ਜਿਹੜਾ ਸਾਨੂੰ ਹੁਣ ਤਾਂ ਘੱਟ ਜੇਲ੍ਹਾਂ 'ਚ ਸੱਟੇ ਜਾਂਦੇ ਨੇ ਨਾ ਨੌਜਵਾਨ ਸਾਡੇ ਸਿੱਖ, ਫਿਰ ਦੇਖੋ ਜਿਹੜੀ ਇਹਨੇ ਦਹਿਸ਼ਤ ਪਾਉਣੀ ਆ। ਸੋ ਇਸ ਤੋਂ ਇਹ ਖਤਰਨਾਕ, ਬਹੁਤ ਖਤਰਨਾਕ ਬੰਦਾ ਭਗਵੰਤ ਮਾਨ। ਤੁਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਬਿਲਕੁਲ ਖੂੰਜੇ ਲਾ ਕੇ ਰੱਖ ਦੇਣਾ। ਤੁਸੀਂ ਦੇਖਿਆ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜਦੋਂ ਇੱਕ ਵੀਡੀਓ ਵਾਇਰਲ ਹੋਈ ਆ, ਜਿੱਥੇ ਸਾਰੇ ਬੈਠੇ ਟੀਵੀ ਤੇ ਇਲੈਕਸ਼ਨ ਦਾ ਰਿਜ਼ਲਟ ਦੇਖ ਰਹੇ ਨੇ, ਕਿੱਦਾਂ ਹੱਸ ਰਹੇ ਨੇ, ਭਗਵੰਤ ਮਾਨ ਸੀਐਮ ਬਣ ਗਿਆ, ਕੇਜਰੀਵਾਲ, ਤੁਸੀਂ, ਤੁਹਾਨੂੰ ਮੈਂ ਬਾਅਦ ਦੇ ਵਿੱਚ ਦਿਖਾ ਦੂੰਗਾ, ਚਾਹੇ ਤੁਸੀਂ ਚਲਾ ਵੀ ਦਿਓ। ਸੋ ਇਹ ਸਾਡਾ ਮਜ਼ਾਕ ਉਡਾ ਰਹੇ ਨੇ। ਸੋ ਸਾਡਾ ਕੌਮ ਦਾ ਪੈਸਾ, ਸਾਡੇ ਐਨਆਰਆਈ ਵੀਰਾਂ ਦਾ ਪੈਸਾ, ਸਾਰਾ ਕੁਝ ਇਕੱਠਾ ਕਰਕੇ ਸਾਡੇ ਹੀ ਪੰਜਾਬ ਨੂੰ ਖਤਮ ਕਰਨ ਲਈ ਉਹ ਚੀਜ਼ ਵਰਤੀ ਜਾ ਰਹੀ ਹੈ। ਸਾਨੂੰ ਚੀਜ਼ ਨੂੰ ਸੋਚਣਾ ਪੈਣਾ। ਅਖੀਰ ਦੇ ਵਿੱਚ ਇਹ ਪੁੱਛਣਾ ਚਾਹਾਂਗੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਆਉਂਦੀ ਹੈ, ਤੁਹਾਡੀ ਪਾਰਟੀ ਦੀ ਸਰਕਾਰ ਆਉਂਦੀ ਹੈ, ਤੁਹਾਡਾ ਰਾਜ ਕਿਵੇਂ ਦਾ ਹੋਊਗਾ? ਦੇਖੋ ਜੀ, ਅਸੀਂ ਤਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਆ। ਪਹਿਲਾਂ ਬੰਦੀ ਸਿੰਘਾਂ ਦੀ ਗੱਲ, ਰਿਹਾਈ ਦੀ ਗੱਲ ਕਰਨੀ ਆ। ਫਿਰ ਕਿਸਾਨਾਂ ਦਾ ਜਿਹੜਾ ਕਰਜ਼ਾ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਵੀ ਅਸੀਂ ਲਾਲ ਲੈਣ ਫੇਰਾਂਗੇ ਉਹਦੇ ਤੇ। ਮਾਨ ਸਾਹਿਬ ਬਾਰੇ ਇੱਕ ਪੰਜਾਬ ਦੇ ਵਿੱਚ ਚਾਹੇ ਵਿਰੋਧੀ ਆ ਚਾਹੇ ਜਿਹੜਾ ਮਰਜ਼ੀ ਆ, ਉਹਦੇ ਬਾਰੇ ਇੱਕ ਗੱਲ ਪ੍ਰਚਲਿਤ ਆ ਵੀ ਜੋ ਮਾਨ ਨੇ ਕਹਿਤਾ ਉਹ ਕਰਦਾ ਹੈ। ਇਹ ਤਾਂ ਸਾਰਿਆਂ ਨੂੰ ਪਤਾ ਨਾ ਪੰਜਾਬ ਦੇ ਨੂੰ, ਵੀ ਆਪਣੇ ਸਟੈਂਡ ਤੇ ਬੜਾ ਪੱਕਾ। ਸੋ ਮਾਨ ਸਾਹਿਬ ਨੇ ਕਹਿਤਾ ਵੀ ਜੇ ਮੈਂ ਆਉਣਾ ਤਾਂ ਮੈਂ ਕਿਸਾਨਾਂ ਦੇ ਕਰਜ਼ੇ ਤੇ ਲਾਲ ਲੈਣ ਫੇਰ ਦੂੰਗਾ, ਮੈਂ ਬੰਦੀ ਸਿੰਘਾਂ ਦੀ ਗੱਲ ਕਰੂੰਗਾ, ਪੰਜਾਬ ਦੇ ਪਾਣੀਆਂ ਦੀ, ਪੰਜਾਬੀ ਭਾਸ਼ਾ ਦੀ, ਤੁਹਾਡੇ ਪੁੱਤਾਂ ਦੀ, ਤੇ ਸਾਰਾ ਕੁਝ ਇਹ ਕਵਰ ਹੋ ਗਿਆ। ਫਿਰ ਸਾਨੂੰ ਯਾਰ ਉਸ ਲੀਡਰ ਦਾ ਸਾਥ ਦੇਣਾ ਚਾਹੀਦਾ, ਜੋ ਲੀਡਰ ਇਸ ਖਿੱਤੇ ਦੀ, ਇਸ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ। ਸੋ ਕੇਜਰੀਵਾਲ ਸਾਹਿਬ ਬੜੇ ਖਤਰਨਾਕ ਬੰਦੇ ਨੇ, ਜਿਨ੍ਹਾਂ ਨੇ ਆ ਕੇ ਇੱਥੇ ਦੂਜੀਆਂ ਸਟੇਟਾਂ ਦੇ ਲੋਕ ਲਿਆ ਕੇ ਵਸਾਉਣੇ ਨੇ। ਉਹਨਾਂ ਦਾ ਏਜੰਡਾ ਹੈ, ਤੇ ਨਵੀਆਂ ਕਲੋਨੀਆਂ 'ਚ ਲੋਕ ਵਸਾ ਕੇ ਸਾਨੂੰ ਘੱਟ ਗਿਣਤੀ ਕਰਕੇ ਆਉਣ ਵਾਲੇ ਸਮੇਂ 'ਚ ਇੱਥੇ ਬੀਜੇਪੀ ਦੀ ਸਰਕਾਰ ਫਿਰ ਉਹ ਬਣਵਾਉਣਗੇ। ਤਾਂ ਲਾਲ ਲੈਣ ਫੇਰੀ ਜਾਊਗੀ ਕਰਜ਼ੇ ਦੇ ਉੱਤੇ। ਪਰ ਪੰਜਾਬ ਦੇ ਮੌਜੂਦਾ ਜਿਹੜੇ ਵਿੱਤ ਮੰਤਰੀ ਨੇ, ਉਹਨਾਂ ਦਾ ਕਹਿਣਾ ਹੈ ਕਿ ਖਜ਼ਾਨਾ ਖਾਲੀ ਹੈ। ਪੰਜਾਬ ਸਰਕਾਰ ਵੀ ਇਸ ਗੱਲ ਦਾ ਪਿੱਟ ਸਿਆਪਾ ਕਰਦੀ ਹੈ ਕਿ ਪੰਜਾਬ ਦੇ ਕੋਲ ਕਰਜ਼ਾ ਪੰਜਾਬ ਉੱਤੇ ਬਹੁਤ ਜ਼ਿਆਦਾ ਪਹਿਲਾਂ ਹੀ ਜਿਹੜਾ ਚੜ੍ਹ ਚੁੱਕਿਆ, ਤਾਂ ਪੰਜਾਬ ਦੇ ਕੋਲ ਉਹਨੂੰ ਲਾਉਣ ਵਾਸਤੇ ਤਾਂ ਪੈਸਾ ਹੈ ਨਹੀਂ। ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਤੁਸੀਂ ਕਿਸ ਢੰਗ ਦੇ ਨਾਲ ਮਾਫ ਕਰੋਗੇ, ਜਾਂ ਜਿਹੜੀ ਲਾਲ ਲੈਣ ਫੇਰ ਦੋਗੇ ਉਹਦੀ ਭਰਪਾਈ ਕਿਵੇਂ ਹੋਊਗੀ? ਸਭ ਕੁਝ ਭਰਪਾਈ ਹੋਊਗੀ ਬਾਈ ਜੀ। ਜਦੋਂ ਐਮਐਲਏ ਨਾ ਆਪਣੀਆਂ ਜਿਹੜੀਆਂ ਐਸ਼ਾਂ ਨੇ ਉਹ ਛੱਡ ਦੇਣਗੇ,
ਇੰਨੇ ਤੁਸੀਂ ਗਨਮੈਨ ਲੈ ਕੇ ਚੱਲਦੇ ਹੋ, ਐਡੀਆਂ ਤੁਹਾਡੀਆਂ ਸਿਕਿਉਰਟੀਆਂ ਨੇ, ਤੁਹਾਡੇ ਉੱਥੇ ਖਰਚੇ ਨੇ, ਤੇ ਪੰਜਾਬ ਦੇ ਪਾਣੀ ਦੀ ਗੱਲ ਆ, ਪੰਜਾਬ ਦੇ ਜਿਹੜੀ ਟੈਕਸ ਆ ਜਿਹੜਾ ਉਹਦੀ ਗੱਲ ਆ। ਬਾਈ ਜੀ ਇਹ ਸਾਰਾ ਕੁਝ ਭਰਵਾਈ ਹੋ ਸਕਦੀ ਆ। ਗੱਲ ਸਿਰਫ ਇੰਨੀ ਕਾ ਕਿ ਬੰਦਾ ਕਰਨ ਵਾਲਾ ਚਾਹੀਦਾ। ਸਭ ਕੁਝ ਕਰਾਂਗੇ, ਕਰਕੇ ਦਿਖਾਵਾਂਗੇ। ਜੇ ਲੋਕਾਂ ਨੇ ਮੌਕਾ ਦਿੱਤਾ ਸਾਰਾ ਕੁਝ ਹੋਊਗਾ। ਇੱਥੇ ਮਜ਼ਦੂਰਾਂ ਦਾ ਵੀ ਕਰਜ਼ਾ ਮਾਫ ਕਰਾਂਗੇ, ਛੋਟੇ ਦੁਕਾਨਦਾਰਾਂ ਦਾ ਵੀ ਕਰਾਂਗੇ, ਕਿਸਾਨਾਂ ਦਾ ਵੀ ਕਰਾਂਗੇ, ਤੁਹਾਡੇ ਸਾਹਮਣੇ ਕਰਾਂਗੇ। ਜੇ ਨਹੀਂ ਕਰਾਂਗੇ ਤਾਂ ਲੋਕ ਸਾਨੂੰ ਅਗਲੇ 5 ਸਾਲਾਂ 'ਚ ਪੁੱਛਣਗੇ। ਪਰ ਮਾਨ ਸਾਹਿਬ ਜੋ ਕਹਿੰਦੇ ਨੇ ਉਹ ਕਰਦੇ ਨੇ। ਅਸੀਂ ਕਰਕੇ ਪੰਜਾਬ 'ਚ ਦਿਖਾਵਾਂਗੇ। ਸਭ ਕੁਝ ਹੋ ਸਕਦਾ ਜਿਹੜੇ ਹਿਸਾਬ ਨਾਲ ਪੰਜਾਬ ਦੀ ਇਨਕਮ ਆ, ਕੀ ਨਹੀਂ ਹੋ ਸਕਦਾ ਇੱਥੇ। ਸੋ ਇਹਨਾਂ ਚੀਜ਼ਾਂ ਤੋਂ ਨਾ ਤਾਂ ਅਸੀਂ ਗਨਮੈਨ ਰੱਖਣੇ ਨੇ, ਨਾ ਅਸੀਂ ਪੈਲਟ ਜਿਪਸੀਆਂ ਲਾਉਣੀਆਂ ਨੇ ਅੱਗੇ, ਨਾ ਅਸੀਂ ਆਪਣੇ ਮਹਿੰਗੇ ਹੋਟਲ ਬਣਾਉਣੇ ਨੇ। ਅਸੀਂ ਤਾਂ ਇਸ ਖਿੱਤੇ ਨੂੰ ਬਚਾਉਣ ਦੇ ਲਈ ਜਿਹੜੇ ਤੁਰੇ ਹੋਏ ਲੋਕ ਨੇ ਫਿਰ ਸਭ ਕੁਝ ਕਰ ਸਕਦੇ ਨੇ ਜੀ। ਤੇ ਖਿੱਤੇ ਦੇ ਲੋਕਾਂ ਦਾ ਕੀ ਕਹਿਣਾ ਹੈ ਅਖੀਰ ਦੇ ਵਿੱਚ ਕਿ ਉਹ ਕਿਸਾਨੀ ਨੂੰ ਵੋਟ ਪਾਉਣ ਨੂੰ ਤਿਆਰ ਨੇ? ਕਿਸਾਨੀ ਦੇ ਵਿੱਚ ਤੁਸੀਂ ਦੋ ਧੜੇ ਹੋ ਗਏ ਤੇ ਉਹ ਜਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਕਿਹਾ ਜਾਏ ਕਿ ਹਵਾ ਬਣਦੀ ਜਾ ਰਹੀ ਹੈ। ਕਾਂਗਰਸ ਵੀ ਆਪਣੇ ਏਜੰਡਿਆਂ ਨੂੰ ਲੈ ਕੇ ਆ ਰਹੀ ਹੈ ਕਿ ਅਸੀਂ ਪੰਜਾਬ ਮਾਡਲ ਦੇ ਰਹੇ ਹਾਂ। ਪਹਿਲਾਂ ਕੈਪਟਨ ਨੇ ਕੰਮ ਨਹੀਂ ਕੀਤਾ, ਸਿੱਧੂ ਜਾਂ ਚੰਨੀ ਨੇ ਕੰਮ ਕੀਤਾ, ਹੁਣ ਸਿੱਧੂ ਕਰੂਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਹਿ ਰਹੀ ਹੈ ਕਿ ਹੁਣ ਇੱਕ ਮੌਕਾ ਸਾਨੂੰ ਦਿੱਤਾ ਜਾਵੇ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਕਿਸ ਪਾਸੇ ਝੁਕਾਅ ਰੱਖ ਰਹੇ ਨੇ? ਦੇਖੋ ਜੀ, ਲੋਕ ਬੜੇ ਸਿਆਣੇ ਹੋ ਚੁੱਕੇ ਨੇ। ਹੁਣ ਲੋਕ ਸਾਈਲੈਂਟ ਨੇ ਇਸ ਟਾਈਮ। ਤੁਸੀਂ ਦੇਖਿਆ ਕਿ ਪਿਛਲੇ ਟਾਈਮਾਂ ਦੀ ਤਰ੍ਹਾਂ ਇਸ ਵਾਰ ਐਡੀਆਂ ਰੈਲੀਆਂ ਨਹੀਂ ਹੋ ਰਹੀਆਂ। ਚਾਹੇ ਕਰੋਨੇ ਦਾ ਕੰਮ ਲਾ ਲਓ, ਕੋਈ ਪ੍ਰਚਾਰ ਐਡਾ ਖਾਸ ਵੱਡੇ ਲੈਵਲ 'ਤੇ ਨਹੀਂ ਹੋ ਰਿਹਾ, ਕਿਉਂਕਿ ਲੋਕ ਵੀ ਪਿੰਡਾਂ ਦੇ ਵਿੱਚ ਨਹੀਂ ਇਕੱਠ ਕਰਵਾ ਰਹੇ ਨਾ ਰਾਜਨੀਤਿਕ ਪਾਰਟੀਆਂ ਦਾ। ਤੇ ਲੋਕ ਬੜੇ ਸਿਆਣੇ ਹੋ ਚੁੱਕੇ ਨੇ। ਲੋਕਾਂ ਦਾ ਰੁਝਾਨ ਤਾਂ ਹੁਣ ਆਪਾਂ ਨੂੰ 22 ਫਰਵਰੀ ਵਾਲੇ ਦਿਨ ਪਤਾ ਲੱਗੂਗਾ। ਜਦੋਂ 22 ਫਰਵਰੀ ਤੋਂ ਬਾਅਦ ਜਦੋਂ ਮਾਰਚ 'ਚ ਕਾਊਂਟਿੰਗ ਹੋਣੀ ਆ, ਗਿਣਤੀ ਹੋਣੀ, ਉਦੋਂ ਹੀ ਪਤਾ ਲੱਗੂਗਾ ਕੀ ਆ। ਸੋ ਚੰਗੇ ਰੁਝਾਨ ਨੇ ਲੋਕਾਂ ਦੇ, ਚੰਗੇ ਰਿਜ਼ਲਟ ਆਉਣਗੇ। ਕਿ ਰਾਜੇਵਾਲ ਸਾਹਿਬ ਨੂੰ ਠੱਗ ਲਿਆ ਗਿਆ ਆ? ਦੇਖੋ ਜੀ, ਬਿਲਕੁਲ ਲੱਗਦਾ ਤਾਂ ਇਹੀ ਆ ਵੀ ਹੁਣ ਬਾਕੀ ਰਾਜੇਵਾਲ ਸਾਹਿਬ ਸਿਆਣੇ ਨੇ, ਐਡੇ ਪੜ੍ਹੇ ਲਿਖੇ ਸੂਝਵਾਨ ਲੀਡਰ ਨੇ, ਉਹ ਸਮਝਦਾਰ ਨੇ, ਤੇ ਉਹਨਾਂ ਦਾ ਤੁਸੀਂ ਇੱਕ ਇੰਟਰਵਿਊ ਜ਼ਰੂਰ ਕਰਿਓ ਤੇ ਉਹਨਾਂ ਨੂੰ ਪੁੱਛਿਓ ਸਵਾਲ। ਤਾਂ ਵਧੀਆ ਗੱਲ ਆ ਇਹ। ਬਹੁਤ ਬਹੁਤ ਧੰਨਵਾਦ। ਗੱਲਬਾਤ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਮਰਾਲਾ ਹਲਕੇ ਦੇ ਵਿੱਚ ਉਮੀਦਵਾਰ ਨੇ ਵਰਿੰਦਰ ਸਿੰਘ ਸੇਖੋਂ ਜੀ ਦੇ ਨਾਲ। ਨੌਜਵਾਨ ਨੇ, ਕਿਸਾਨੀ ਅੰਦੋਲਨ ਦੇ ਵਿੱਚ ਜਿਹੜੀ ਆਪਣੀ ਵੱਡੀ ਭੂਮਿਕਾ ਨਿਭਾਉਂਦੇ ਰਹੇ ਨੇ, ਕਿਸਾਨੀ ਦੇ ਵਿੱਚ ਐਕਟਿਵ ਰਹੇ ਨੇ। ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਦੇ ਨੇ ਕਿ ਪੰਜਾਬ ਦੇ ਪਾਣੀਆਂ ਦੇ ਮੁੱਦਾ, ਪੰਜਾਬ ਦੀ ਰਾਜਧਾਨੀ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ ਨੇ ਜਿਹੜੇ ਸੂਬੇ ਦੇ ਨਾਲ ਲੱਗਦੇ, ਉਹਨਾਂ ਦੀ ਜਿਹੜੀ ਗੱਲਬਾਤ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰ ਰਹੀ ਹੈ, ਪੰਜਾਬ ਦੇ ਉਜਾੜੇ ਦੀ ਗੱਲਬਾਤ ਕਰ ਰਹੀ ਹੈ ਕਿ ਪੰਜਾਬ ਦੇ ਪ੍ਰਮੁੱਖ ਏਜੰਡੇ ਇਹ ਨੇ, ਨਾ ਕਿ ਪੰਜਾਬ ਦੇ ਪ੍ਰਮੁੱਖ ਏਜੰਡੇ ਨੇ ਕਿ ਬਿਜਲੀ ਕੌਣ ਸਸਤੀ ਦੇ ਰਿਹਾ। ਜੇਕਰ ਪੰਜਾਬ ਬਿਜਲੀ ਦਾ ਉਤਪਾਦਨ ਕਰੇਗਾ ਤਾਂ ਇਹ ਹੈ ਕਿ ਪੰਜਾਬ ਤਾਂ ਬਿਜਲੀ ਉੱਤੇ ਵਪਾਰ ਹੈ ਜਿਹੜਾ ਵੱਡੇ ਪੱਧਰ ਦੇ ਉੱਤੇ ਕਰ ਸਕਦਾ। ਪਰ ਇਹ ਹੁਣ ਲੋਕਾਂ ਦਾ ਰੁਝਾਨ ਦੱਸੇਗਾ ਕਿ ਲੋਕ ਕਿਹੜੇ ਏਜੰਡਿਆਂ ਨੂੰ ਹੁਣ ਪਸੰਦ ਕਰਦੇ ਨੇ। ਲੋਕ ਵੋਟ ਪਾ ਕੇ ਇਹਨਾਂ ਦਾ ਫੈਸਲਾ ਜਿਹੜਾ ਉਹ ਕਰਨਗੇ ਕਿ ਉਹ ਕਿਸ ਪਾਰਟੀ ਦੇ ਵੱਲ ਝੁਕਾਅ ਰੱਖਦੇ ਨੇ। ਤੁਸੀਂ ਬਣੇ ਰਹੋ KTV UK ਦੇ ਨਾਲ। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।